ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਅੱਜ ਦੇ ਕੁਝ ਮੁੱਦੇ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਉਹ ਖਬਰਾਂ ਜਿਨ੍ਹਾਂ ਬਾਰੇ ਕੈਨੇਡਾ ਦੇ ਵਿੱਚ ਚਰਚਾ ਹੁੰਦੀ ਰਹੀ ਹੈ, ਜਿਹੜੀਆਂ ਸਾਡੇ ਆਲੇ ਦੁਆਲੇ ਅੱਜ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ। ਪਿਛਲੇ ਕਾਫੀ ਦਿਨਾਂ ਤੋਂ ਅਸੀਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਹਾਂ ਬੈਂਕਾਂ ਦੇ ਵਿਆਜ ਬਾਰੇ। ਬੈਂਕ ਆਫ ਕੈਨੇਡਾ ਨੇ ਥੋੜੇ ਦਿਨ ਪਹਿਲਾਂ ਵਿਆਜ ਦਰ ਵਧਾਈ ਨਹੀਂ ਓਨੀ ਰੱਖੀ ਆ। ਇਹਦੇ ਬਾਰੇ ਲਗਭਗ ਸਾਰੇ ਮਾਹਰ ਇਹ ਕਹਿੰਦੇ ਸੀ ਵੀ ਵਿਆਜ ਦਰ ਇਸ ਵੇਲੇ ਵੱਧ ਜਾਣੀ ਹੈ, ਇੰਟਰਸਟ ਰੇਟ ਵੱਧ ਜਾਣਾ, ਜਿਹਦੇ ਨਾਲ ਮੌਰਗੇਜ ਮਹਿੰਗੀ ਹੋ ਜੂਗੀ ਜਾਂ ਮੌਰਗੇਜ ਔਖੀ ਹੋ ਜੂਗੀ। ਅਲਟੀਮੇਟਲੀ ਘਰਾਂ ਦੀਆਂ ਕੀਮਤਾਂ ਘਟ ਸਕਦੀਆਂ, ਪਰ ਇਸ ਤਰ੍ਹਾਂ ਵਾਪਰਿਆ ਨਹੀਂ। ਹੁਣ ਉਹ ਸਾਰੇ ਮਾਹਰ ਜਿੰਨੇ ਇਕੋਨੋਮਿਸਟ ਸੀਗੇ ਕੈਨੇਡਾ ਦੇ ਵਿੱਚ ਗੱਲਬਾਤ ਕਰਨ ਵਾਲੇ, ਉਹਨਾਂ ਨੇ ਹੁਣ ਫੇਰ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਜਿਹੜੀ ਅਗਲੀ 2 ਮਾਰਚ ਨੂੰ ਜਾ ਕੇ ਫੇਰ ਦੁਬਾਰਾ ਬੈਂਕ ਆਫ ਕੈਨੇਡਾ ਨੇ ਰੇਟ ਦੁਬਾਰਾ ਰਿਵਾਈਜ਼ ਕਰਨੇ ਆ। ਉਸ ਵੇਲੇ ਇਹ ਫੇਰ ਵੱਧ ਜਾਣਗੇ ਵਿਆਜ। ਸੋ ਇਹਨਾਂ ਵਿਆਜ ਦਰਾਂ ਨੂੰ ਲੈ ਕੇ, ਬੈਂਕ ਦੇ ਇੰਟਰਸਟ ਰੇਟ ਨੂੰ ਲੈ ਕੇ ਲਗਾਤਾਰ ਗੱਲਾਂ ਬਾਤਾਂ ਇਸ ਵੇਲੇ ਚੱਲ ਰਹੀਆਂ। ਇਹਦਾ ਸਿੱਧਾ ਸੰਬੰਧ ਘਰਾਂ ਦੀ ਮਾਰਕੀਟ ਨਾਲ ਜੋੜ ਕੇ ਦੇਖਿਆ ਜਾ ਰਿਹਾ, ਮਹਿੰਗਾਈ ਨਾਲ ਜੋੜਿਆ ਜਾ ਰਿਹਾ। ਕਿਹਾ ਇਹ ਜਾ ਰਿਹਾ ਕਿ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਜਦੋਂ ਪੈਂਡੈਮਿਕ ਸ਼ੁਰੂ ਹੋਈ ਸੀ, ਲੋਕਾਂ ਦੇ ਕੰਮਕਾਰ ਰੁਕ ਗਏ ਸੀ, ਸਰਕਾਰਾਂ ਚਾਹੁੰਦੀਆਂ ਸੀ ਕਿ ਲੋਕ ਪੈਸਾ ਜ਼ਿਆਦਾ ਖਰਚਣ ਤਾਂ ਕਿ ਇਕੋਨਮੀ ਚੱਲੇ। ਇਸ ਕਰਕੇ ਉਹਨਾਂ ਨੇ ਵਿਆਜ ਦਰ ਘਟਾ ਦਿੱਤੇ ਸੀ ਤਾਂ ਕਿ ਲੋਕ ਜ਼ਿਆਦਾ ਲੋਨ ਲੈ ਕੇ ਜ਼ਿਆਦਾ ਉਹਨੂੰ ਵਰਤਣ। ਪਰ ਹੁਣ ਜਦੋਂ ਮਹਿੰਗਾਈ ਵੱਧ ਗਈ ਆ, ਹੁਣ ਸਰਕਾਰ ਇਹ ਚਾਹੁੰਦੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇ, ਵਿਆਜ ਦਰਾਂ ਵਧਾ ਦਿੱਤੀਆਂ ਜਾਣ। ਅਤੇ ਜੇ ਵਿਆਜ ਦਰਾਂ ਵੱਧਦੀਆਂ, ਇਹਦਾ ਨਾਲ ਕਿੰਨਾ ਕੁ ਸਾਡੀ ਮੌਰਗੇਜ ਦੇ ਉੱਤੇ ਅਸਰ ਪਊਗਾ, ਕਿੰਨਾ ਕੁ ਘਰਾਂ ਦੀ ਮਾਰਕੀਟ ਦੇ ਉੱਤੇ ਅਸਰ ਪਊਗਾ, ਇਹਦੇ ਸੰਬੰਧੀ ਅੱਜ ਖਾਸ ਗੱਲਬਾਤ ਕੀਤੀ ਅਸੀਂ ਖਾਲਸਾ ਕ੍ਰੈਡਿਟ ਯੂਨੀਅਨ ਤੋਂ ਉਸਤਾਦ ਕੁਲਦੀਪ ਸਿੰਘ ਸਿੱਧੂ ਹੁਣਾਂ ਨਾਲ। ਆਓ ਪਹਿਲਾਂ ਦੇਖਦੇ ਹਾਂ ਕਿ ਇਹਦੇ ਉੱਤੇ ਉਹਨਾਂ ਦਾ ਕੀ ਕਹਿਣਾ ਹੈ। ਪਿਛਲੇ ਦਿਨੀ ਬੈਂਕ ਆਫ ਕੈਨੇਡਾ ਨੇ ਆਪਣੇ ਇੰਟਰਸਟ ਰੇਟ ਨਹੀਂ ਵਧਾਏ, ਜਿਹਦੀ ਕਿ ਆਸ ਕੀਤੀ ਜਾ ਰਹੀ ਸੀ। ਲੋਕਾਂ ਨੂੰ ਇਸ ਗੱਲ ਦਾ ਬਹੁਤ ਸਾਰੇ ਜਿਹੜੇ ਮਾਹਰ ਸੀਗੇ ਉਹਨਾਂ ਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਸ ਵਾਰੀ ਇੰਟਰਸਟ ਰੇਟ ਵੱਧ ਜਾਣੇ ਆ। ਹੁਣ ਪਹਿਲਾਂ ਵਾਂਗੂ ਫੇਰ ਇੱਕ ਵਾਰੀ ਮਾਹਰ ਕਹਿ ਰਹੇ ਆ ਕਿ ਇੰਟਰਸਟ ਰੇਟ ਅਗਲੀ ਵਾਰੀ ਜਿਹੜੀ ਕਿ ਮਾਰਚ ਦੇ ਪਹਿਲੇ ਹਫ਼ਤੇ ਨੂੰ ਦੁਬਾਰਾ ਅਪਡੇਟ ਆਉਣੀ ਆ, ਉਹਦੇ ਵਿੱਚ ਇੰਟਰਸਟ ਰੇਟ ਪੱਕਾ ਵੱਧ ਜਾਣੇ ਆ। ਇਹ ਇੰਟਰਸਟ ਰੇਟ ਕਿਉਂ ਵਧਾਉਣਗੇ ਜਾਂ ਇਹ ਗੱਲ ਕਿੰਨੀ ਕੁ ਪੱਕੀ ਆ ਕਿ ਇੰਟਰਸਟ ਜਿਹੜੇ ਵਧਣੇ ਆ, ਅਤੇ ਇਹਦੇ ਨਾਲ ਫਿਰ ਕਿੰਨਾ ਕੁ ਅਸਰ ਘਰਾਂ ਦੀ ਮੌਰਗੇਜ ਉੱਤੇ ਪਊਗਾ, ਕਿੰਨੀ ਕੁ ਔਖੀ ਹੋ ਜੂਗੀ ਮੌਰਗੇਜ ਲੈਣੀ ਜੇ ਇਹ ਵਿਆਜ ਦਰਾਂ ਵੱਧਦੀਆਂ ਆ, ਤਾਂ ਇਹਦੇ ਨਾਲ ਮਹਿੰਗਾਈ ਨੂੰ ਕੀ ਠੱਲ ਪਊਗੀ, ਇਕੋਨਮੀ ਕਿੰਨੀ ਕੁ ਘਟੂਗੀ। ਬਹੁਤ ਸਾਰੇ ਮੁੱਦੇ ਆ ਜਿਹੜੇ ਸਾਡੇ ਧਿਆਨ ਦੇ ਵਿੱਚ ਆ, ਔਰ ਇਹਦੇ ਨਾਲ ਖਾਸ ਕਰ ਜਿਹੜੇ ਵੇਰੀਏਬਲ ਅਤੇ ਫਿਕਸ ਮੌਰਗੇਜਸ ਵਾਲੇ ਆ ਉਹਨਾਂ ਨੂੰ ਕੀ ਫਰਕ ਪਊਗਾ। ਇਹਨਾਂ ਕੁਛ ਜਿਹੜੇ ਮਾਮਲੇ ਆ ਇਹਨਾਂ ਸੰਬੰਧੀ ਅਸੀਂ ਜਾਣਕਾਰੀ ਲੈਣ ਲਈ ਪਹੁੰਚੇ ਹਾਂ ਖਾਲਸਾ ਕ੍ਰੈਡਿਟ ਯੂਨੀਅਨ ਉਸਦਾ ਕੁਲਦੀਪ ਸਿੰਘ ਸਿੱਧੂ ਹੋਣਾ ਕੋਲ। ਸਿੱਧੂ ਸਾਹਿਬ, ਕੀ ਲੱਗਦਾ ਜੀ? ਪਹਿਲੀ ਗੱਲ ਤਾਂ ਕਹਿੰਦੇ ਸੀ ਇੰਟਰਸਟ ਰੇਟ ਵੱਧ ਜਾਣੇ, ਵਧੇ ਨਹੀਂ, ਹੁਣ ਫਿਰ ਕਹਿ ਰਹੇ ਵੱਧ ਜਾਣੇ ਅਗਲੀ ਵਾਰੀ। ਦੇਖੋ, ਸਾਰਿਆਂ ਦੀਆਂ ਟੋਟਲੀ ਪ੍ਰੈਡਿਕਸ਼ਨਸ ਇਹ ਸੀਗੀਆਂ ਕਿ ਜਿਹੜੀ ਬੈਂਕ ਆਫ ਕੈਨੇਡਾ ਨੇ ਜਨਵਰੀ 26 ਨੂੰ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਆ, ਅਤੇ ਉਹਦੇ ਵਿੱਚ ਇਹ ਸੀ, ਹਰ ਇੱਕ ਨੂੰ ਇਹ ਸੀ ਕਿ ਰੇਟ ਵਧਣਗੇ। ਵੈਸੇ ਉਹਨਾਂ ਨੇ ਇੰਡੀਕੇਸ਼ਨ ਵੀ ਦਿੱਤੀ ਆ ਅਤੇ ਵਧਣੇ ਚਾਹੀਦੇ ਆ। ਕਿਉਂ ਬੈਂਕ ਆਫ ਕੈਨੇਡਾ ਰੇਟ ਵਧਾਊਗੀ? ਦੇਖੋ, ਉਹਦੇ ਵਿੱਚ ਜਿਵੇਂ ਤੁਸੀਂ ਮਹਿੰਗਾਈ ਦੀ ਗੱਲ ਕੀਤੀ ਆਪਦੇ ਇੰਟਰੋਡਕਟਰੀ ਭਾਸ਼ਣ ਦੇ, ਹੈ ਨਾ। ਹੁਣ ਉਹਦੇ 'ਚ ਜਿਹੜੀ ਸਾਡੀ ਰਾਈਟ ਨਾਓ ਇਨਫਲੇਸ਼ਨ ਰੇਟ ਹੈ, ਇਹ ਆਲ ਟਾਈਮ ਹਾਈ ਹੈ ਜੀ ਰਾਈਟ ਨਾਓ ਕੈਨੇਡਾ ਦੇ। 5% ਦੇ ਕਰੀਬ ਪਹੁੰਚਣ ਵਾਲਾ, ਵਿਚ ਇਜ਼ ਲਾਈਕ ਜਦੋਂ ਵੀ ਅੱਗੇ ਪਾਸਟ ਹਿਸਟਰੀ ਦੇ ਵਿੱਚ ਤੁਸੀਂ ਦੇਖਦੇ ਹੋ, ਜਦੋਂ ਮਹਿੰਗਾਈ ਔਰ ਇਨਫਲੇਸ਼ਨ ਹਾਈ ਹੁੰਦੀ ਹੈ ਨਾ ਜੀ, ਕਿਉਂਕਿ ਲੋਕ ਸਪੈਂਡ ਜ਼ਿਆਦਾ ਕਰਦੇ ਆ, ਹੈ ਨਾ। ਅਤੇ ਫਿਰ ਉਹਨੂੰ ਕੰਟਰੋਲ ਕਰਨ ਦੇ ਲਈ ਅਲਟੀਮੇਟਲੀ ਬੈਂਕ ਆਫ ਕੈਨੇਡਾ ਕੀ ਕਰਦੀ ਆ? ਮਨੀ ਸਪਲਾਈ ਨੂੰ ਕੰਟਰੋਲ ਕਰਦੀ ਆ। ਜਦੋਂ ਰੇਟ ਵੱਧਦੀ ਆ ਤਾਂ ਉਹ ਲੋਕਾਂ, ਜੇ ਹੁਣ ਇਹਦਾ ਜਿਹੜੀ ਆਪਣੀ ਇਨਫਲੇਸ਼ਨ 'ਤੇ ਜ਼ਿਆਦਾ ਚੱਲ ਜਾਂਦੀ ਆ, ਤਾਂ ਫਿਰ ਬੈਂਕ ਆਫ ਕੈਨੇਡਾ ਉਹ ਮਨੀ ਦੀ ਸਪਲਾਈ ਨੂੰ ਕੰਟਰੋਲ ਕਰ ਦਿੰਦੀ ਆ। ਸੋ ਡੈਟਸ ਵਾਈ ਵਧਣੇ ਸੀ। ਹਰ ਇੱਕ ਬੰਦਾ ਸੋਚ ਰਿਹਾ ਸੀ, ਜਿੰਨੇ ਵੀ ਅਰਥ ਸ਼ਾਸਤਰੀ ਸੀ ਸਭ ਇਹੀ ਸੋਚਦੇ ਸੀ ਕਿ ਵਧਣਗੇ, ਪਰ ਉਹਨਾਂ ਨੇ ਹਿੰਟ ਦਿੱਤਾ ਕਿ ਨੈਕਸਟ ਮੀਟਿੰਗ ਜਿਹੜੀ ਕਿ ਮਾਰਚ 2 ਨੂੰ ਹੋਣੀ ਆ, ਉਹਦੇ ਵਿੱਚ ਵਧਣਗੇ। ਵਧਣ ਨਾਲ ਹੋਊਗਾ ਕੀ ਜੀ? ਕੁਛ ਲੋਕ ਕਹਿੰਦੇ ਆ ਵੀ ਜਿਹਨਾਂ ਦੀਆਂ ਫਿਕਸ ਮੌਰਗੇਜ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਜਿਹਨਾਂ ਦੀਆਂ ਵੇਰੀਏਬਲ ਉਹਨਾਂ ਨੂੰ ਫਰਕ ਪਊਗਾ। ਇਹ ਫਿਕਸ ਵਾਲਿਆਂ ਨੂੰ ਫਰਕ ਪੈਣਾ ਨਹੀਂ, ਦੇਰ ਬਾਅਦ ਪਊਗਾ। ਇਹਦੇ ਬਾਰੇ ਕੀ ਹੈਗਾ ਜੀ? ਦੇਖੋ, ਜਿਹਦੀ ਫਿਕਸ ਮੌਰਗੇਜ ਹੈਗੀ ਆ, ਉਹ ਤਾਂ ਉਹੀ ਰੇਟ ਰਹਿਣਾ, ਉਹਦਾ ਪ੍ਰਾਈਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਠੀਕ ਆ ਜੀ। ਉਹ ਜਿੰਨੇ ਤੇ ਵੀ ਬੁੱਕ ਕੀਤੀ ਵੀ ਆ। ਹਾਂ, ਜਿਹੜੀ ਵੇਰੀਏਬਲ ਰੇਟਸ ਜਿਹੜੀ ਮੌਰਗੇਜਸ ਹੁੰਦੀਆਂ ਨੇ, ਜੇ ਵੇਰੀਏਬਲ ਓਪਨ ਹੈ ਤਾਂ ਉਹ ਪ੍ਰਾਈਮ ਪਲੱਸ ਹੋਏਗੀ ਜਾਂ ਪ੍ਰਾਈਮ ਮਾਈਨਸ ਹੋਏਗੀ। ਇਸੇ ਤਰ੍ਹਾਂ ਵੇਰੀਏਬਲ ਕਲੋਜ਼ਡ ਹੁੰਦੀ ਆ, ਉਹ ਪ੍ਰਾਈਮ ਦੇ ਨਾਲ ਲਿੰਕ ਹੁੰਦੀ ਆ। ਹੁਣ ਕਈ ਪ੍ਰਾਈਮ -66 ਦਿੰਦੇ ਆ, ਕਈ ਪ੍ਰਾਈਮ -1 ਦਿੰਦੇ ਆ। ਸੋ ਰਾਈਟ ਨਾਓ ਜਿਹੜਾ ਰੇਟ ਹੈਗਾ ਉਹ 2.45 ਹੈ। ਸੋ ਜਿਨ੍ਹਾਂ ਨੇ -1 ਦਿੱਤਾ ਤਾਂ ਉਹਨਾਂ ਨੂੰ ਮੌਰਗੇਜ ਹੋ ਗਈ 1.45 ਤੇ। ਸੋ ਕੱਲ੍ਹ ਨੂੰ ਅਗਰ ਪ੍ਰਾਈਮ ਵੱਧ ਜਾਊਗਾ ਤਾਂ ਮਾਈਨਸ ਤਾਂ ਉਨਾ ਹੀ ਰਹਿਣਾ, ਪਰ ਪ੍ਰਾਈਮ ਨੇ ਵੱਧ ਜਾਣਾ, ਤਾਂ ਉਸ ਹਿਸਾਬ ਦੇ ਨਾਲ ਜਿਹੜੀਆਂ ਵੇਰੀਏਬਲ ਮੌਰਗੇਜਸ ਨੇ ਉਹ ਥੋੜ੍ਹੀਆਂ ਜਿਹੀਆਂ
ਉਹ ਮਹਿੰਗੀਆਂ ਹੋ ਜਾਣਗੀਆਂ, ਉਹਨਾਂ ਦਾ ਇੰਟਰਸਟ ਜ਼ਿਆਦਾ ਜਾਣ ਲੱਗ ਜੂਗਾ। ਇਦਾਂ ਵੀ ਹੋ ਸਕਦਾ ਜੇ 2 ਮਾਰਚ ਨੂੰ ਇਹ ਵਿਆਜ ਦਰ ਵਧਾ ਦਿੰਦੀ ਬੈਂਕ ਆਫ ਕੈਨੇਡਾ ਤਾਂ ਅੱਗੇ ਤੋਂ ਮੌਰਗੇਜ ਲੈਣੀ ਔਖੀ ਹੋ ਜਾਵੇ। ਦੇਖੋ ਉਹ ਹੈਗੀ ਕੁਆਲੀਫਿਕੇਸ਼ਨ, ਉਹ ਪਹਿਲਾਂ ਹੀ 5.25 ਤੇ ਕੁਆਲੀਫਾਈ ਕਰਦੇ ਆ ਲੋਕੀ। ਇਹ ਬੈਂਕ ਆਫ ਕੈਨੇਡਾ ਨੇ ਜਦੋਂ ਰੇਟ ਵਧਾਉਣਾ ਉਹਦੇ ਨਾਲ ਕੁਆਲੀਫਿਕੇਸ਼ਨ ਦਾ ਕੀ ਡਿਸੀਜਨ ਲੈਂਦੇ ਨੇ ਉਹ ਨਹੀਂ ਪਤਾ, ਉਹ ਔਸਫੀ ਨੇ ਲੈਣਾ ਹੁੰਦਾ। ਸੋ ਉਹ ਐਜ਼ ਇਟ ਇਜ਼ ਉਹ ਤਾਂ ਪਹਿਲਾਂ ਹੀ ਹਾਈ ਰੇਟ ਤੇ ਆਪਾਂ ਕੁਆਲੀਫਾਈ ਕਰਦੇ ਹਾਂ, ਬਟ ਓਨਲੀ ਥਿੰਗ ਇਜ਼ ਕਿ ਤੁਹਾਡੀ ਜੇਬ 'ਚੋਂ ਪੈਸਾ ਜ਼ਿਆਦਾ ਜਾਣ ਲੱਗ ਜੂਗਾ, ਠੀਕ ਹੈ ਨਾ, ਇੰਟਰਸਟ ਤੁਹਾਡਾ ਜ਼ਿਆਦਾ ਜਾਣ ਲੱਗ ਜੂਗਾ। ਤੇ ਮਨੀ ਦੀ ਸਪਲਾਈ ਨੂੰ ਕੰਟਰੋਲ ਕਰਨ ਦੇ ਲਈ ਬੈਂਕ ਆਫ ਕੈਨੇਡਾ ਇਹ ਕਰਦੀ ਹੈ। ਪਲੱਸ ਜਦੋਂ ਉਹ ਮਾਰਕੀਟ ਦੇਖਦੀ ਹੈ ਕਿ ਇਨਫਲੇਸ਼ਨ ਇੰਨੀ ਹੋ ਗਈ ਹੈ ਨਾ, ਇਹ ਤੇ ਬਿਕੋਜ਼ ਆਫ ਜਿਹੜਾ ਓਮੀ ਕਰੋਨਾ ਆਇਆ ਹੈ ਨਾ, ਨਵਾਂ ਵੇਰੀਐਂਟ ਆਇਆ ਹੈਗਾ, ਇਹ ਤੇ ਉਹਦੇ ਇਫੈਕਟ ਕਰਕੇ ਥੋੜ੍ਹਾ ਜਿਹਾ ਹੋਇਆ ਕਿ ਉਹਨਾਂ ਨੇ ਇਹ 1 ਮਹੀਨੇ ਲਈ ਮਤਲਬ ਤੁਸੀਂ ਕਹਿ ਲਓ ਕਿ ਨਹੀਂ ਚੇਂਜ ਕੀਤਾ, ਬਟ ਉਹਨਾਂ ਨੇ ਹਿੰਟਸ ਜ਼ਰੂਰ ਦਿੱਤੇ। ਜੋ ਵੀ ਓਵਰਆਲ GDP ਕੈਨੇਡਾ ਦੀ, ਓਵਰਆਲ ਇਨਫਲੇਸ਼ਨ ਰੇਟ, ਇਹ ਸਾਰੇ ਫੈਕਟਰਸ ਨੂੰ ਦੇਖਦੇ ਆ ਬੈਂਕ ਆਫ ਕੈਨੇਡਾ। ਜਿਨ੍ਹਾਂ ਨੇ ਲਾਈਨ ਆਫ ਕ੍ਰੈਡਿਟ ਲਈ ਹੁੰਦੀ $50,000 ਲੱਖ ਡਾਲਰ, ਉਹਨਾਂ ਨੂੰ ਕੋਈ ਫਰਕ ਪਊਗਾ? 100% ਪਊਗਾ ਜੀ, ਕਿਉਂਕਿ ਉਹ ਪ੍ਰਾਈਮ ਦੇ ਨਾਲ ਲਿੰਕ ਹੁੰਦੀ ਆ। ਚਾਹੇ ਤੁਹਾਡੀ ਹੀਲੌਕ ਹੈ ਘਰ ਦੇ ਅਗੇਂਸਟ ਹੈ, ਚਾਹੇ ਤੁਹਾਡੀ ਅਨਸਿਕਿਉਰਡ ਲਾਈਨ ਆਫ ਕ੍ਰੈਡਿਟ ਹੈ, ਠੀਕ ਹੈ ਜੀ, ਉਹ ਪ੍ਰਾਈਮ ਪਲੱਸ ਦੇ ਨਾਲ ਹੁੰਦੀ ਆ। ਤੇ ਉਹ ਜਦੋਂ ਪ੍ਰਾਈਮ ਵੱਧ ਗਿਆ ਤਾਂ ਉਹਦਾ ਰੇਟ ਵੱਧ ਜਾਣਾ। ਅਲਟੀਮੇਟਲੀ ਹੋਣਾ ਕੀ ਹੈ, ਜਿਵੇਂ ਹੁਣ $1,00,000 ਦੀ ਕਿਸੇ ਦੀ ਲਾਈਨ ਆਫ ਕ੍ਰੈਡਿਟ ਆ, ਸਪੋਜ਼ ਐਗਜ਼ਾਮਪਲ ਲੈ ਲਓ, ਠੀਕ ਹੈ ਜੀ, ਰਾਈਟ ਨੂੰ ਉਹ ਪ੍ਰਾਈਮ ਪਲੱਸ ਹਾਫ ਤੇ ਆ, ਸੋ 2.95 ਤੇ ਆ, ਹੈ ਨਾ। ਸੋ ਉਹਦਾ ਜੇ ਤੁਸੀਂ ਇੱਕ ਰਫਲੀ ਐਗਜ਼ਾਮਪਲ ਲੈ ਲਓ ਕਿ ਜੇ ਉਹਦਾ ਤੁਸੀਂ ਮਹੀਨੇ ਦਾ ਇੰਟਰਸਟ $100 ਦਿੰਦੇ ਸੀ, ਅਗਰ ਤੁਹਾਡਾ ਪ੍ਰਾਈਮ 0.5% ਜਾਂ 0.25 ਵੱਧ ਗਿਆ ਤਾਂ ਜਿਹੜਾ ਉਹ $100 ਹੈ ਉਹ ਵੱਧ ਕੇ ਮਹੀਨੇ ਦਾ ਤੁਹਾਡਾ ਇੰਟਰਸਟ ਹੈ ਜਿਹੜਾ ਅਕੋਰਡਿੰਗਲੀ $25 ਵੱਧ ਜਾਣੇ। ਸੋ ਉਹ ਜਿਹੜੇ ਤੁਸੀਂ ਪੇ ਕਰਦੇ ਸੀ ਇੰਟਰਸਟ $100 ਤੁਹਾਡੀ ਜੇਬ 'ਚੋਂ, ਉਹ ਹੁਣ ਤੁਹਾਡੀ ਜੇਬ 'ਚੋਂ $125 ਜਾਊਗਾ। ਸੋ ਉਹਦੇ ਨਾਲ ਕੀ ਹੋ ਗਿਆ ਕਿ ਤੁਸੀਂ ਮਾਰਕੀਟ ਦੇ ਵਿੱਚ ਘੱਟ ਪਰਚੇਜ਼ਿੰਗ ਕਰੋਗੇ, ਠੀਕ ਹੈ ਨਾ, ਕਿਉਂਕਿ ਉਹਨੇ ਸਪਲਾਈ ਨੂੰ ਕੰਟਰੋਲ ਕਰਤਾ। ਜਿਹੜੇ ਉਹ $25 ਵੈਸੇ ਮੈਂ ਯੂਜ਼ ਕਰਨੇ ਸੀ ਕਿਤੇ, ਉਹ ਮੇਰੇ ਲਾਈਨ ਆਫ ਕ੍ਰੈਡਿਟ ਲਈ ਯੂਜ਼ ਹੋ ਗਏ। ਜੇ ਇਹਦਾ ਮਤਲਬ ਇਦਾਂ ਵੀ ਸਮਝਿਆ ਜਾਵੇ ਵੀ ਜਿਹਨਾਂ ਕੋਲ ਵੇਰੀਏਬਲ ਮੌਰਗੇਜਸ ਆ ਹੁਣ ਫਿਕਸ ਕਰਾ ਲੈਣਾ 2 ਮਾਰਚ ਤੋਂ ਪਹਿਲਾਂ? ਇਹ ਡਿਪੈਂਡ ਕਰਦਾ ਜੀ, ਹਰ ਇੱਕ ਬੰਦੇ ਦੀ ਆਪੋ ਆਪਣੀ ਉਹ ਚੀਜ਼ ਹੈ। ਕਈ ਉਹਨਾਂ ਦਾ ਰਿਸਕ ਕਿੰਨਾ ਹੈਗਾ, ਉਹਨਾਂ ਦੀ ਇਨਕਮ ਦਾ ਕ੍ਰਾਈਟੇਰੀਆ ਕੀ ਆ, ਉਹਨਾਂ ਨੇ ਉਹ ਮੌਰਗੇਜ ਕਿਸ ਪਰਪਸ ਦੇ ਲਈ ਆ, ਕੀ ਉਹਨਾਂ ਨੇ ਉਹਨੂੰ ਜਲਦੀ ਪੇ ਕਰਨਾ, ਕਿਉਂਕਿ ਉਹਦੇ ਵੀ ਅੱਗੇ ਹੈਗੇ ਨੇ। ਫਿਕਸ ਦੇ ਵਿੱਚ ਜਿਹੜੀ ਹੁੰਦੀ ਆ ਉਹ ਜਦੋਂ ਤੁਸੀਂ ਪਹਿਲਾਂ ਪੇ ਕਰਦੇ ਹੋ, ਜੇ ਤੁਸੀਂ ਵੇਚਤਾ ਘਰ ਜਾਂ ਕੁਝ ਵੀ ਕਰ ਲਿਆ ਹੈ ਨਾ, ਜਾਂ ਤੁਹਾਡੇ ਕੋਲ ਪੈਸੇ ਆ ਗਏ, ਤੁਸੀਂ ਮੌਰਗੇਜ ਪੇ ਕਰਨਾ ਚਾਹੁੰਦੇ ਹੋ, ਦੇयर ਇਜ਼ ਅ ਪੈਨਲਟੀ, ਉਹ ਤੁਹਾਨੂੰ ਪੈਨਲਟੀ ਪੇ ਕਰਨੀ ਪੈਂਦੀ ਆ। ਵੇਰੀਏਬਲ ਦੇ ਵਿੱਚ ਜੇ ਵੇਰੀਏਬਲ ਕਲੋਜ਼ਡ ਹੈ ਤਾਂ ਉਹ 3 ਮੰਥ ਦੀ ਇੰਟਰਸਟ ਪੈਨਲਟੀ ਹੁੰਦੀ ਆ, ਜੇ ਵੇਰੀਏਬਲ ਓਪਨ ਹੈ ਤਾਂ ਉਹ 'ਚ ਕੋਈ ਪੈਨਲਟੀ ਨਹੀਂ। ਸੋ ਇਟ ਡਿਪੈਂਡਸ ਔਨ ਦ ਪਰਸਨਲ ਸਰਕਮਸਟੈਂਸਸ। ਸੋ ਆਪਣੇ ਬੈਂਕਸ ਦੇ ਕੋਲੇ ਜਾ ਕੇ ਗੱਲਬਾਤ ਕਰੋ, ਐਡਵਾਈਜ਼ਰ ਦੇ ਨਾਲ ਗੱਲਬਾਤ ਕਰੋ, ਦੈਨ ਜਿਵੇਂ ਵੀ ਤੁਹਾਡੇ ਪਰਸਨਲ ਸਰਕਮਸਟੈਂਸਸ ਹੈਗੇ ਨੇ, ਯੂ ਕੈਨ ਟੇਕ ਦੈਟ ਡਿਸੀਜਨ। ਬਹੁਤ ਬਹੁਤ ਸ਼ੁਕਰੀਆ ਜੀ ਸਾਹਿਬ, ਮਿਹਰਬਾਨੀ ਜੀ, ਥੈਂਕ ਯੂ ਜੀ। ਦੋਸਤੋ, ਇਹ 2 ਮਾਰਚ ਨੂੰ ਹੁਣ ਦੁਬਾਰਾ ਬੈਂਕ ਆਫ ਕੈਨੇਡਾ ਨੇ ਰੇਟ ਰਿਵਾਈਜ਼ ਕਰਨੇ, ਜਿਹੜੇ ਕਿ ਆਸ ਪੂਰੀ ਆ ਇਸ ਗੱਲ ਦੀ ਕਿ ਇਹ ਰੇਟ ਵੱਧ ਜਾਣੇ ਆ। ਇਹ ਰੇਟ ਵਧਣ ਦੇ ਨਾਲ ਮੌਰਗੇਜ ਦੇ ਉੱਤੇ ਕਿੰਨਾ ਕੁ ਅਸਰ ਪੈਂਦਾ? ਥੋੜ੍ਹੇ ਜਿਹੇ ਰੇਟ ਨਾਲ ਵੀ ਅਸਰ ਬਹੁਤ ਪੈਂਦਾ, ਕਿਉਂਕਿ ਵਿਅਕਤੀ ਦੇ ਜੀਵਨ ਦੀ ਸਭ ਤੋਂ ਵੱਡੀ ਪਰਚੇਜ਼ ਕਈ ਵਾਰੀ ਉਹਦਾ ਘਰ ਹੁੰਦਾ ਆ। ਆਪਣੇ ਬੈਂਕ ਨਾਲ ਜ਼ਰੂਰ ਗੱਲ ਕਰੋ। ਕੋਈ ਵੀ ਜਾਣਕਾਰੀ ਚਾਹੀਦੀ ਹੈ, ਖਾਲਸਾ ਕ੍ਰੈਡਿਟ ਯੂਨੀਅਨ ਇੱਥੇ ਆ ਕੇ ਵੀ ਗੱਲਬਾਤ ਕੀਤੀ ਜਾ ਸਕਦੀ ਆ। ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਕੈਨੇਡਾ ਦੇ ਵਿੱਚ ਕਈ ਵਾਰੀ ਬਹੁਤ ਸਾਰੇ ਟ੍ਰੈਫਿਕ ਦੇ ਨਾਲ ਸੰਬੰਧਿਤ ਦੁਰਘਟਨਾਵਾਂ ਵਾਪਰਦੀਆਂ। ਇਹਨਾਂ ਨੂੰ ਰੋਕਣ ਦੇ ਲਈ ਕਈ ਯਤਨ ਕੀਤੇ ਜਾਂਦੇ ਆ। ਬਹੁਤ ਸਾਰੇ ਜਿਹੜੇ ਐਕਸੀਡੈਂਟਸ ਨੇ ਉਹਨਾਂ ਦਾ ਸ਼ਿਕਾਰ ਪੈਡੈਸਟਰੀਅਨ ਹੁੰਦੇ ਆ। ਪੈਡੈਸਟਰੀਅਨ ਜਦੋਂ ਸਟਰੀਟ ਨੂੰ ਕ੍ਰਾਸ ਕਰ ਰਿਹਾ, ਸੜਕ ਦੇ ਦੂਜੇ ਪਾਸੇ ਜਾ ਰਿਹਾ, ਉਸ ਵੇਲੇ ਕਈ ਵਾਰੀ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਵਾਪਰਦੀਆਂ। ਤੇ ਇਹਨਾਂ ਦੁਰਘਟਨਾਵਾਂ ਨੂੰ ਰੋਕਣ ਦੇ ਲਈ ਪਿਛਲੇ ਸਮੇਂ ਤੋਂ ਕਾਫੀ ਜਿਹੜੇ ਵੱਖ-ਵੱਖ ਮਿਊਨਿਸਪੈਲਿਟੀਜ਼ ਆ, ਵੱਖ-ਵੱਖ ਸਰਕਾਰਾਂ ਆ, ਉਹ ਯਤਨ ਕਰ ਰਹੀਆਂ। ਤੁਹਾਨੂੰ ਇਹ ਪਤਾ ਕਿ ਜਿਹੜੇ ਪੈਡੈਸਟਰੀਅਨ ਡਿਵਾਈਸਿਸ ਆ ਕਈ ਥਾਵਾਂ ਦੇ ਉੱਤੇ ਲੱਗੇ ਹੁੰਦੇ ਆ, ਜਿੱਥੇ ਆਪਾਂ ਉਹਨੂੰ ਬਟਨ ਨੂੰ ਦੱਬਦੇ ਆ, ਉਹਦੇ ਤੋਂ ਬਾਅਦ ਜਿਹੜੀ ਹਰੀ ਲਾਈਟ ਜਦੋਂ ਸਾਨੂੰ ਹੁੰਦੀ ਆ ਤੇ ਪੈਡੈਸਟਰੀਅਨ ਕ੍ਰਾਸਿੰਗ ਦਾ ਸਾਈਨ ਆਉਂਦਾ, ਫਿਰ ਜਿਹੜੇ ਪੈਦਲ ਚੱਲਣ ਵਾਲੇ ਆ ਉਹ ਸੜਕ ਦੇ ਦੂਜੇ ਪਾਰ ਚਲੇ ਜਾਂਦੇ ਆ। ਇਹਦੇ ਨਾਲ ਇਹ ਵੀ ਹੈਲਪ ਹੁੰਦੀ ਆ ਕਿ ਜਿਹੜਾ ਡਰਾਈਵਰ ਆ ਉਹਨੂੰ ਵੀ ਪਤਾ ਲੱਗ ਜਾਂਦਾ ਕਿ ਕੋਈ ਪੈਡੈਸਟਰੀਅਨ ਆ ਰਿਹਾ ਜਾਂ ਲੰਘ ਰਿਹਾ। ਬਹੁਤੇ ਥਾਵਾਂ ਦੇ ਉੱਤੇ ਉਸ ਬਟਨ ਨੂੰ ਆਪਾਂ ਨੂੰ ਦੱਬਣਾ ਪੈਂਦਾ। ਰਜਾਈਨਾ ਸ਼ਹਿਰ ਤੋਂ ਅੱਜ ਅਪਡੇਟ ਆਈ ਆ, ਔਰ ਇਹ ਅਪਡੇਟ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਸ਼ਹਿਰਾਂ ਦੇ ਵਿੱਚ ਵੀ ਲਾਗੂ ਹੋ ਜਾਵੇ, ਕਿਉਂਕਿ ਇਸ ਕਰੋਨਾ ਵਾਇਰਸ ਨੇ ਬਹੁਤ ਕੁਝ ਸਾਨੂੰ ਸਿਖਾਇਆ। ਇਸ ਪੈਂਡੈਮਿਕ ਦੇ ਵਿੱਚ ਲੋਕਾਂ ਨੇ ਇਹ ਗੱਲ ਸਿੱਖੀ ਆ ਕਿ ਬਾਰ-ਬਾਰ ਉਹਨਾਂ ਚੀਜ਼ਾਂ ਨੂੰ ਟੱਚ ਨਹੀਂ ਸੀ ਕੀਤਾ ਜਾਂਦਾ। ਜਦੋਂ ਟੱਚ ਕਰਦੇ ਸੀ ਜਾਂ ਕਿਸੇ ਟਿਸ਼ੂ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਟੱਚ ਕਰਦੇ ਸੀ, ਕਿਉਂਕਿ ਉਸੇ ਬਟਨ ਨੂੰ ਬਹੁਤ ਸਾਰੇ ਲੋਕਾਂ ਦੇ ਹੱਥ ਲੱਗੇ ਹੁੰਦੇ ਆ। ਤੁਸੀਂ ਉਹਨੂੰ ਹੱਥ ਲਾਓਗੇ, ਜੇ ਉਹਨਾਂ ਨੇ ਕੋਈ ਉੱਥੇ ਵਾਇਰਸ ਛੱਡਿਆ, ਤੁਹਾਡੇ ਤੱਕ ਉਹ ਵਾਇਰਸ ਪਹੁੰਚ ਸਕਦਾ ਹੈ। ਬਹੁਤ ਸਾਰੀਆਂ ਇੰਟਰਸੈਕਸ਼ਨਸ ਦੇ ਉੱਤੇ ਰਜਾਈਨਾ ਦੇ ਵਿੱਚ ਇੱਕ ਜਿਹੜੀ
ਚੰਗੀ ਇਸ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਟੱਚਲੈਸ ਡਿਵਾਈਸ ਲਾਏ ਗਏ ਆ। ਭਾਵ ਰਜਾਈਨਾ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਇੰਟਰਸੈਕਸ਼ਨਸ ਦੇ ਉੱਤੇ ਹੁਣ ਤੁਹਾਨੂੰ ਉਹ ਬਟਨ ਨੂੰ ਦੱਬਣਾ ਨਹੀਂ ਪਊਗਾ, ਤੁਸੀਂ ਸਿਰਫ ਉਹਦੇ ਅੱਗੇ ਆਪਣੇ ਹੱਥ ਨੂੰ ਵੇਵ ਕਰੋਗੇ, ਹੱਥ ਨੂੰ ਹਿਲਾਓਗੇ ਤੇ ਉਹ ਸਿਗਨਲ ਜਿਹੜਾ ਐਕਟੀਵੇਟ ਹੋ ਜਾਊਗਾ। ਪੈਡੈਸਟਰੀਅਨਸ ਦੇ ਜਿਹੜੇ ਇੰਟਰਵਲ ਸਿਗਨਲ ਆ ਉਹਦੇ ਨਾਲ ਬਹੁਤ ਸਾਰਾ ਫਰਕ ਪਊਗਾ ਦੱਸਿਆ ਜਾ ਰਿਹਾ। ਰਜਾਈਨਾ ਸ਼ਹਿਰ ਦੇ ਵਿੱਚ ਹੱਲੇ ਇਹ 17 ਡਿਫਰੈਂਟ ਇੰਟਰਸੈਕਸ਼ਨ ਦੇ ਉੱਤੇ ਲਾਏ ਆ, ਤੁਸੀਂ ਉੱਥੇ ਇਹਨੂੰ ਐਕਟੀਵੇਟ ਕਰ ਸਕਦੇ ਆ ਉਸ ਸੈਂਸਰ ਦੇ ਨਾਲ, ਜਿਸ ਸੈਂਸਰ ਨੂੰ ਫਿਜ਼ੀਕਲੀ ਟੱਚ ਕਰਨਾ ਜ਼ਰੂਰੀ ਨਹੀਂ ਹੈ। ਜਦੋਂ ਤੁਸੀਂ ਵੇਵ ਕਰ ਦਿੰਦੇ ਆ ਉਹਦੇ ਤੋਂ ਬਾਅਦ ਇਹਦੇ ਵਿੱਚ ਇੱਕ ਆਵਾਜ਼ ਵੀ ਆਉਂਦੀ ਆ, ਜਿਹਦੇ ਨਾਲ ਜਿਹੜੇ ਲੋਕ ਕੁਝ ਖਾਸ ਲੋੜਾਂ ਵਾਲੇ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਸ ਵੇਲੇ ਐਕਟੀਵੇਟ ਹੋ ਚੁੱਕੀ ਆ। ਤੁਸੀਂ ਇਹ ਵੀ ਆ ਕਿ ਉੱਥੇ ਉਹ ਬਟਨ ਵੀ ਹੈਗਾ ਆ, ਤੁਸੀਂ ਬਟਨ ਵੀ ਪ੍ਰੈਸ ਕਰ ਸਕਦੇ ਆ। ਪਰ ਇੱਕ ਨਵੀਂ ਚੀਜ਼ ਜਿਹੜੀ ਰਜਾਈਨਾ ਦੇ ਵਿੱਚ ਲਾਈ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਬਾਕੀ ਥਾਵਾਂ ਦੇ ਉੱਤੇ ਵੀ ਇਹਦੀ ਵਰਤੋਂ ਕੀਤੀ ਜਾਵੇ, ਕਿਉਂਕਿ ਖਾਸ ਕਰ ਇਸ ਪੈਂਡੈਮਿਕ ਦੇ ਵਿੱਚ ਲੋਕ ਕਿਸੇ ਚੀਜ਼ ਨੂੰ ਟੱਚ ਕਰਨ ਤੋਂ ਡਰਦੇ ਆ ਤੇ ਜਿਹਦੇ ਨਾਲ ਇਹਨਾਂ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਮਿਲਦੀ ਆ। ਵਾਕ ਸਿਗਨਲ ਉਹਦੇ ਉੱਤੇ ਆ ਜਾਂਦਾ, ਐਕਟੀਵੇਟ ਹੋ ਜਾਂਦਾ। ਗ੍ਰੀਨ ਲਾਈਟ ਜਿਹੜੀ ਆ ਵਹੀਕਲਸ ਨੂੰ ਉਹਦੇ ਵਿੱਚ ਉਸੇ ਡਾਇਰੈਕਸ਼ਨ ਦੇ ਵਿੱਚ ਪਤਾ ਲੱਗ ਜਾਂਦੀ ਆ। ਸਿਟੀ ਨੇ ਇਹ ਗੱਲਬਾਤ ਕਹੀ ਆ ਕਿ ਅਸੀਂ ਇਹਨਾਂ ਪੈਡੈਸਟਰੀਅਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਖਿਆਲ ਰੱਖ ਰਹੇ ਹਾਂ। ਇਸ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਸਟੱਡੀਜ਼ ਹੁੰਦੀਆਂ, ਜਿਹੜੇ ਮਾਹਰ ਨੇ ਉਹ ਬਹੁਤ ਸਾਰੀਆਂ ਖੋਜਾਂ ਕਰਦੇ ਵੀ ਜਿਹੜਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਹਦਾ ਫਾਇਦਾ ਕੀ ਆ। ਸਟੱਡੀਜ਼ ਦੱਸਦੀਆਂ ਕਿ ਜਿਹੜੇ ਪੈਡੈਸਟਰੀਅਨ ਇੰਟਰਵਲ ਸਿਗਨਲਸ ਹੈਗੇ ਆ ਉਹਦੇ ਨਾਲ 60% ਤੱਕ ਪੈਡੈਸਟਰੀਅਨਸ ਦੇ ਵਿੱਚ, ਪੈਦਲ ਚੱਲਣ ਵਾਲਿਆਂ ਦੇ ਵਿੱਚ ਕਿਸੇ ਗੱਡੀ ਦੇ ਵੱਜਣ ਦੇ ਚਾਂਸ ਘਟ ਜਾਂਦੇ ਆ। ਇਹ ਇੰਨਾ ਜ਼ਿਆਦਾ ਇਹਦਾ ਫਾਇਦਾ ਹੁੰਦਾ ਆ। ਇਸੇ ਕਰਕੇ ਇਹਨੂੰ ਹੁਣ ਵੱਖਰੀ ਜਿਹੜੀ ਲੇਟੈਸਟ ਟੈਕਨੋਲੋਜੀ ਆ ਉਹ ਇਸ ਥਾਂ ਦੇ ਉੱਤੇ ਲਾਈ ਜਾਂਦੀ ਆ ਤੇ ਟੱਚਲੈਸ ਜਿਹੜਾ ਆਸਪੈਕਟ ਆ ਉਹਦੇ ਨਾਲ ਮੰਨਿਆ ਜਾ ਰਿਹਾ ਕਿ ਖਾਸ ਤੌਰ ਦੇ ਉੱਤੇ ਇਹਨੂੰ ਫਾਇਦਾ ਹੋਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਥਾਵਾਂ ਦੇ ਇਕੱਲੇ ਰਜਾਈਨਾ ਸਿਟੀ ਦੇ ਵਿੱਚ ਵੀ ਹੋਰ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਇੰਟਰਸੈਕਸ਼ਨਸ ਦੇ ਉੱਤੇ ਇਹ ਇੰਸਟਾਲ ਕੀਤੇ ਜਾ ਰਹੇ ਆ। ਖਾਸ ਤੌਰ ਦੇ ਉੱਤੇ ਇਹਦੀ ਗੱਲਬਾਤ ਚੱਲ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਜਾਈਨਾ ਤੋਂ ਬਾਹਰ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੇ ਟੱਚਲੈਸ ਸੈਂਸਰ ਵਾਲੇ ਜਿਹੜੇ ਪੈਡੈਸਟਰੀਅਨ ਸਿਗਨਲਸ ਨੇ ਐਕਟੀਵੇਟ ਕਰਨ ਦੇ ਲਈ ਉਹ ਲਾਏ ਜਾਣਗੇ। ਪਿਛਲੇ ਦਿਨਾਂ ਤੋਂ ਇੱਕ ਹੋਰ ਮਾਮਲਾ ਕਾਫੀ ਚਰਚਾ ਦੇ ਵਿੱਚ ਆ। ਬ੍ਰਿਟਿਸ਼ ਕੋਲੰਬੀਆ ਤੋਂ ਜਿਹੜੇ ਟਰੱਕਰਸ ਤੁਰੇ ਆ ਵੈਕਸੀਨ ਮੈਂਡੇਟ ਦੇ ਵਿਰੋਧ ਦੇ ਵਿੱਚ ਆਟਵਾ ਦੇ ਲਈ। ਅੱਜ ਸ਼ੁੱਕਰਵਾਰ ਆ, ਸ਼ੁੱਕਰਵਾਰ ਦੀ ਸ਼ਾਮ ਹੋ ਚੁੱਕੀ ਆ, ਲਗਭਗ ਪਹੁੰਚ ਚੁੱਕੇ ਆ ਤੇ ਸਵੇਰੇ ਉਹਨਾਂ ਨੇ ਆਪਣਾ ਉੱਥੇ ਪ੍ਰਦਰਸ਼ਨ ਕਰਨਾ, ਕਿਉਂਕਿ ਟਰੱਕ ਬਹੁਤ ਆ, 1200 ਦੇ ਕਰੀਬ ਟਰੱਕ ਤੁਰਿਆ ਆ। ਇਹ ਸਿਰਫ 10% ਲੋਕ ਆ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ, ਪਰ ਇਹਨਾਂ ਦੀ ਸਪੋਰਟ ਦੇ ਵਿੱਚ ਬਹੁਤ ਸਾਰੇ ਲੋਕ ਬਾਹਰ ਖੜੇ ਆ, ਸਟਰੀਟ ਦੇ ਪਾਸਿਆਂ ਦੇ ਉੱਤੇ ਖੜੇ ਆ। ਜਦੋਂ ਇਹ GTA ਦੇ ਵਿੱਚੋਂ ਲੰਘੇ ਆ, ਬਾਕੀ ਸ਼ਹਿਰਾਂ ਦੇ ਵਿੱਚੋਂ ਲੰਘੇ ਆ, ਅਲਬਰਟਾ ਦੇ ਵਿੱਚੋਂ ਲੰਘੇ ਆ, ਲੋਕਾਂ ਨੇ ਬਹੁਤ ਸਾਰੀ ਇਹਨਾਂ ਦੀ ਸਪੋਰਟ ਕੀਤੀ ਆ। ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਕਈ ਮਿਲੀਅਨ ਫੰਡਸ ਦਾ GoFundMe ਪੇਜ ਦੇ ਉੱਤੇ ਇਹਨਾਂ ਦੇ ਲਈ ਇਕੱਠਾ ਹੋ ਚੁੱਕਿਆ, ਜਿਹਦਾ ਮਾਮਲਾ ਵੀ ਚਰਚਾ ਦੇ ਵਿੱਚ ਆਇਆ ਸੀ। ਹੁਣ ਜਦੋਂ ਕਿ ਆਟਵਾ ਵਿੱਚ ਪਹੁੰਚ ਚੁੱਕੇ ਆ ਤੇ ਪਹੁੰਚ ਰਹੇ ਆ, ਕੱਲ੍ਹ ਨੂੰ ਇਹਨਾਂ ਨੇ ਉੱਥੇ ਆਪਣੀ ਰੈਲੀ ਕਰਨੀ ਆ, ਤਾਂ ਇਸ ਮਾਮਲੇ ਨੂੰ ਲੈ ਕੇ ਜਿਹੜੀ ਫੈਡਰਲ ਸਰਕਾਰ ਆ ਉਹਨੂੰ ਜਿਹੜੀ ਉੱਥੋਂ ਜਿਹੜਾ ਅਮਲਾ ਫੈਲਾ ਆ ਉੱਥੇ ਦਾ ਕੈਪੀਟਲ ਦੇ ਵਿੱਚ, ਉਹਨਾਂ ਨੂੰ ਖਾਸ ਚਿੰਤਾ ਆ ਤੇ ਖਾਸ ਨਿਗਾਹ ਇਹਨਾਂ ਟਰੱਕਰਸ ਦੇ ਉੱਤੇ ਰੱਖੀ ਜਾ ਰਹੀ ਆ। ਜਿਹੜੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਿਜ਼ ਆ, RCMP ਆ ਤੇ ਦੂਜੀਆਂ ਏਜੰਸੀਜ਼ ਆ, ਉਹ ਪਬਲਿਕ ਸੇਫਟੀ ਦੇ ਥ੍ਰੈਟ ਨੂੰ ਧਿਆਨ ਦੇ ਵਿੱਚ ਰੱਖ ਕੇ ਕੰਮ ਕਰ ਰਹੇ ਆ। ਉਹ ਕਹਿੰਦੇ ਇਸ ਸਮੇਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਉਹਨਾਂ ਸਾਰਿਆਂ ਦੇ ਨਾਲ ਇੰਟੈਲੀਜੈਂਸ ਰਿਪੋਰਟਸ ਉਹਨਾਂ ਦੇ ਕੋਲ ਆ ਰਹੀਆਂ ਕਿ ਕਿਤੇ ਇਹ ਪ੍ਰਦਰਸ਼ਨ, ਪਹਿਲੀ ਗੱਲ ਤਾਂ ਹਿੰਸਕ ਨਾ ਹੋ ਜਾਵੇ, ਦੂਜੀ ਗੱਲ ਇਹ ਪ੍ਰਦਰਸ਼ਨ ਜਿਹੜਾ ਕਿਸੇ ਕਿਸਮ ਦੀ ਉੱਥੇ ਅਸੁਵਿਧਾ ਨਾ ਪੈਦਾ ਕਰੇ, ਕਿਉਂਕਿ ਪਾਰਲੀਮੈਂਟ ਹਿੱਲ ਦੇ ਆਲੇ ਦੁਆਲੇ ਇਹਨਾਂ ਨੇ ਪਾਰਲੀਮੈਂਟ ਦੇ ਆਲੇ ਦੁਆਲੇ ਆਪਣੇ ਟਰੱਕ ਜਿਹੜੇ ਆ ਉਹ ਲਾ ਕੇ ਉੱਥੇ ਰੈਲੀ ਕਰਨੀ ਆ। ਕੋਈ ਵਾਇਲੈਂਸ ਨਾ ਹੋਵੇ, ਇਹਨੂੰ ਖਾਸ ਤੌਰ 'ਤੇ ਧਿਆਨ ਦੇ ਵਿੱਚ ਰੱਖ ਕੇ ਕਈ ਸੈਂਕੜੇ ਟਰੈਕਟਰ, ਟ੍ਰੇਲਰ ਤੇ ਦੂਜੇ ਵਹੀਕਲਸ ਨੇ ਜਿਹੜੇ ਇਸ ਵੇਲੇ ਆਟਵਾ ਦੇ ਵਿੱਚ ਪਹੁੰਚਣੇ ਸ਼ੁਰੂ ਹੋਏ ਆ। ਤੇ ਲੱਗਦਾ ਹੈ ਕਿ ਇਹਨਾਂ ਨੇ ਸਟਰੀਟ ਜਿਹੜੀ ਆਲੇ ਦੁਆਲੇ ਪਾਰਲੀਮੈਂਟ ਦੇ ਹਿੱਲ ਹੈਗੀ ਆ ਇਸ ਵੀਕਐਂਡ ਦੇ ਉੱਤੇ ਉਹਨੂੰ ਰੋਕ ਲੈਣਾ ਆ ਤੇ ਹੋ ਸਕਦਾ ਇਹਦੇ ਤੋਂ ਵੀ ਲੰਬੀ ਹੋਵੇ। ਔਰ ਇਹ ਵੀ ਗੱਲ ਦੇਖਣ ਚਾਹੀਏ ਆ ਕਿ ਬਹੁਤ ਸਾਰੇ ਲੋਕ ਉੱਥੇ ਸਾਈਡ ਵਾਕ ਦੇ ਉੱਤੇ, ਪਾਰਲੀਮੈਂਟ ਗੇਟ ਦੇ ਬਾਹਰ ਜਿਹੜੀ ਸਾਈਡ ਵਾਕ ਆ ਉਹਦੇ ਬਾਹਰ ਸੈਂਕੜੇ ਲੋਕ ਇਕੱਠੇ ਹੋ ਚੁੱਕੇ ਆ। ਕਾਰਾਂ ਵੀ ਆ ਉਹਨਾਂ ਦੇ ਵਿੱਚ, ਪਿਕਅਪ ਟਰੱਕਸ ਵੀ ਆ। ਉਹ ਨਾਰਥ ਸਾਈਡ ਦੇ ਉੱਤੇ ਵੈਲਿੰਗਟਨ ਸਟਰੀਟ ਦੇ ਉੱਤੇ ਜਿਹੜੀ ਪਾਰਲੀਮੈਂਟ ਸਟਰੀਟ ਬਿਲਡਿੰਗ ਆ ਉਹਦੇ ਨੇੜੇ ਇਕੱਠੇ ਹੋ ਚੁੱਕੇ ਆ। ਬਹੁਤ ਸਾਰੇ ਲੋਕਾਂ ਦੇ ਹੱਥਾਂ ਦੇ ਵਿੱਚ ਝੰਡੇ ਆ, ਉਹ ਝੰਡੇ ਲੈ ਕੇ ਉਹਨਾਂ ਨੂੰ ਵੇਵ ਕਰ ਰਹੇ ਆ। ਬਹੁਤ ਸਾਰੇ ਲੋਕ ਹੌਰਨ ਵਜਾ ਰਹੇ ਆ ਤੇ ਕੁਝ ਜਿਹੜੇ ਹੈਗੇ ਆ ਇਹ ਲੰਬੇ ਸਮੇਂ ਦੇ ਵਿੱਚ
ਇਹਦੇ ਵਿੱਚ ਕੋਈ ਨਾ ਕੋਈ ਸਮੱਸਿਆ ਉੱਥੇ ਪੈਦਾ ਹੋ ਸਕਦੀ ਹੈ। ਇਹਨੂੰ ਲੈ ਕੇ ਉਹ ਐਂਟੀ ਟਰੂਡੋ ਸੋਲਗੋਗਨ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਹੈਗੇ ਆ, ਪ੍ਰੋਟੈਸਟ ਕਰ ਰਿਹਾ। ਪ੍ਰਾਈਮ ਮਿਨਿਸਟਰ ਦੇ ਜਿਹੜਾ QR ਕੋਡ ਤੇ ਸਾਰੇ ਇਹਨਾਂ ਥਾਵਾਂ ਦੇ ਉੱਤੇ ਜਿਹੜੀ ਚੀਜ਼ਾਂ ਲਾਗੂ ਹੋਈਆਂ। ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਟਰੱਕਰਸ ਉੱਥੇ ਪਹੁੰਚ ਰਹੇ ਆ, ਇਹਨਾਂ ਨੇ ਕਿਤੇ ਰੁਕਣਾ ਆ, ਕਿਤੇ ਜਾ ਕੇ ਇਹਨਾਂ ਨੇ ਰੋਟੀ ਪਾਣੀ ਖਾਣਾ ਆ, ਉਹ ਸਾਰੇ ਦੇ ਲਈ ਇੱਕ ਨਾਂ ਸਾਹਮਣੇ ਆਇਆ ਸੀ ਕਿ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਆ ਓਟਵਾ ਦੇ ਵਿੱਚ, ਉਹ ਇਹਨਾਂ ਦੀ ਠਾਰ ਬਣ ਸਕਦਾ ਹੈ, ਉੱਥੇ ਜਾ ਕੇ ਰੁਕ ਸਕਦੇ ਆ। ਇਸ ਤਰ੍ਹਾਂ ਦੀਆਂ ਕੁਝ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਬਾਤਾਂ ਸਾਹਮਣੇ ਆਈਆਂ ਸੀ। ਉਹਦਾ ਸਪਸ਼ਟੀਕਰਨ ਦੇਣ ਦੇ ਲਈ ਜਿਹੜਾ ਓਟਵਾ ਦੇ ਵਿੱਚ ਗੁਰਦੁਆਰਾ ਸਾਹਿਬ ਆ, ਉਹਨਾਂ ਨੇ ਇੱਕ ਅਪਡੇਟ ਦਿੱਤੀ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਟੈਂਪਰੇਰੀਲੀ, ਕਿਉਂਕਿ ਆਨਲਾਈਨ ਬਹੁਤ ਸਾਰੀਆਂ ਪੋਸਟ ਇੱਦਾਂ ਦੀਆਂ ਆ ਰਹੀਆਂ ਜਿਹਦੇ ਵਿੱਚ ਇੱਦਾਂ ਲੱਗਦਾ ਕਿ ਗੁਰਦੁਆਰਾ ਸਾਹਿਬ ਇਸ ਵੈਕਸੀਨ ਦੇ ਵਿਰੋਧ ਵਿੱਚ ਹੋ ਰਹੀ ਰੈਲੀ ਦਾ ਉਹਦੀ ਸਪੋਰਟ ਕਰ ਰਿਹਾ ਹੈ। ਇਹ ਸਟੈਪ ਉਹ ਕਹਿੰਦੇ ਅਸੀਂ ਫੇਸਬੁੱਕ ਦੇ ਉੱਤੇ ਜਿਹੜੀਆਂ ਪੋਸਟ ਆਈਆਂ ਉਹਦੇ ਕਰਕੇ ਲਿਆ। ਜਿਹੜੀ ਓਟਵਾ ਸਿੱਖ ਸੁਸਾਇਟੀ ਆ OSS, ਉਹਨਾਂ ਨੇ ਇਹ ਕਿਹਾ ਕਿ ਅਸੀਂ ਗੁਰਦੁਆਰਾ ਸਾਹਿਬ ਨੂੰ ਸ਼ੁੱਕਰਵਾਰ ਜਨਵਰੀ 28 ਨੂੰ 29 ਨੂੰ ਸੈਟਰਡੇ ਨੂੰ ਦੋਵੇਂ ਦਿਨ ਗੁਰਦੁਆਰਾ ਸਾਹਿਬ ਨੂੰ ਬੰਦ ਰੱਖਾਂਗੇ, ਕਿਉਂਕਿ ਟੈਂਪਰੇਰੀ ਤੌਰ 'ਤੇ ਆਨਲਾਈਨ ਪੋਸਟ ਜਿਹੜੀਆਂ ਆ ਉਹ ਇਸ ਤਰ੍ਹਾਂ ਲੱਗ ਰਹੀਆਂ ਕਿ ਜਿਹੜੇ ਅਸੀਂ ਇਹਨਾਂ ਦੀ ਸਪੋਰਟ ਕਰ ਰਹੇ ਹਾਂ ਹੈਲਥ ਮੈਂਡੇਟਸ ਦੀ। ਸੋ ਇਸ ਮਾਮਲੇ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੁਦਰਤੀ ਤੌਰ ਦੇ ਉੱਤੇ ਨਹੀਂ ਜਾਇਆ ਜਾ ਸਕਦਾ। ਉਹ ਕਹਿੰਦੇ ਸਾਨੂੰ ਜਿਹੜੇ ਕੋਵਿਡ ਮੈਂਡੇਟਸ ਆ ਇਹਦਾ ਪਤਾ ਆ। ਜਿਹੜੀਆਂ ਪੋਸਟ ਉੱਥੇ ਘੁੰਮ ਰਹੀਆਂ ਫੇਸਬੁੱਕ ਦੇ ਉੱਤੇ ਕਿ ਇਹ ਟਰੱਕਰਸ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਰੁਕ ਰਹੇ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਸਾਊਥ ਏਸ਼ੀਅਨ ਲੋਕ ਇਹਨਾਂ ਟਰੱਕਰਸ ਦੇ ਵਿੱਚ ਹੈਗੇ, ਉਹ ਕਹਿੰਦੇ ਇਹ ਗਲਤ ਆ, ਇਹ ਫਾਲਸ ਆ, ਤੇ ਅਸੀਂ ਇਸ ਪ੍ਰੋਟੈਸਟ ਦੇ ਨਾਲ ਕਿਸੇ ਵੀ ਰੂਪ ਦੇ ਵਿੱਚ ਸ਼ਾਮਲ ਨਹੀਂ ਆ। ਇਹ ਗੱਲ ਉਹਨਾਂ ਨੇ ਬਹੁਤ ਸਪਸ਼ਟ ਰੂਪ ਦੇ ਵਿੱਚ ਆਪਣੀ ਫੇਸਬੁੱਕ ਪੋਸਟ ਦੇ ਉੱਤੇ, ਉਹਨਾਂ ਦਾ ਜਿਹੜਾ ਪੇਜ ਆ ਓਟਵਾ ਸਿੱਖ ਸੁਸਾਇਟੀ ਦਾ, ਉਹਦੇ ਉੱਤੇ ਵੀ ਦੱਸੀ ਆ। ਹੁਣ ਕਿਉਂਕਿ ਸਾਰਾ ਕੁਝ ਵਾਪਰ ਰਿਹਾ, ਇਹਦੇ ਉੱਤੇ ਰਾਜਨੀਤੀ ਹੋਣੀ ਵੀ ਸੁਭਾਵਿਕ ਆ। ਵਿਰੋਧੀ ਧਿਰ ਦੇ ਲੀਡਰ ਨੇ, ਜਿਹੜੇ ਕੰਜ਼ਰਵੇਟਿਵ ਲੀਡਰ ਨੇ ਐਰਨੋ ਟੂਲ, ਕੱਲ੍ਹ ਉਹਨਾਂ ਨੇ ਇਹ ਗੱਲਬਾਤ ਕਹੀ ਹੈ, ਜਾਣੀ ਕਿ ਲੰਘੇ ਕੱਲ੍ਹ ਵੀਰਵਾਰ ਨੂੰ, ਕਿ ਜਿਹੜੇ ਟਰੱਕਰ ਇੱਥੇ ਆ ਰਹੇ ਆ ਓਟਵਾ ਦੇ ਵਿੱਚ ਵੈਕਸੀਨੇਸ਼ਨ ਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਕਰਨ ਦੇ ਲਈ, ਤੇ ਉਹ ਕਹਿੰਦੇ ਮੈਂ ਉਹਨਾਂ ਨੂੰ ਮਿਲਣਾ ਆ। ਮੁੱਖ ਰੂਪ ਦੇ ਵਿੱਚ ਉਹ ਜਸਟਿਨ ਟਰੂਡੋ ਹੋਰਾਂ ਦਾ ਇਹ ਟਰੱਕਰ ਵਿਰੋਧ ਕਰ ਰਹੇ ਆ, ਤੇ ਜਿਹੜੇ ਐਰਨੋ ਟੂਲ ਕੰਜ਼ਰਵੇਟਿਵ ਪਾਰਟੀ ਦੇ ਮੁਖੀਆ, ਉਹ ਕਹਿੰਦੇ ਮੈਂ ਇਹਨਾਂ ਨੂੰ ਮਿਲਣਾ ਆ। ਤੇ ਮਿਲਣਾ, ਉਹ ਕਹਿੰਦੇ ਇਹਨਾਂ ਦਾ ਜਿਹੜਾ ਪਲੈਨਡ ਡੈਮੋਸਟ੍ਰੇਸ਼ਨ ਆ ਉੱਥੇ ਪਾਰਲੀਮੈਂਟ ਹਿੱਲ ਦੇ ਉੱਤੇ ਨਹੀਂ ਮਿਲਣਾ। ਹੁਣ ਲਗਾਤਾਰ, ਕਿਉਂਕਿ ਵੀਰਵਾਰ ਦੇ ਵਿੱਚ ਵੀ ਇਹ ਰੂਟ ਪੂਰਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਤੁਰਿਆ ਹੋਇਆ ਜਿਹੜਾ ਬਾਕੀ ਥਾਵਾਂ ਤੋਂ ਹੁੰਦਾ ਹੋਇਆ ਉੱਥੇ ਪਹੁੰਚ ਰਿਹਾ ਆ, ਤੇ ਕ੍ਰਾਸ ਬਾਰਡਰ ਟਰੈਵਲ ਨੂੰ ਲੈ ਕੇ। ਤੇ ਵੀਰਵਾਰ ਨੂੰ ਐਰਨੋ ਟੂਲ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ, ਉਹਦੇ ਵਿੱਚ ਸਿੱਧਾ ਕਿਹਾ ਕਿ ਜਿਹੜਾ ਪ੍ਰਾਈਮ ਮਿਨਿਸਟਰ ਸਾਡੇ ਜਸਟਿਨ ਟਰੂਡੋ ਆ, ਇਹਨਾਂ ਦੀ ਗਲਤੀ ਦੇ ਕਾਰਨ, ਕਿਉਂਕਿ ਇਹ ਚੰਗੇ ਤਰੀਕੇ ਦੇ ਨਾਲ ਇਸ ਪੈਂਡੈਮਿਕ ਨੂੰ ਹੈਂਡਲ ਕਰਨ ਦੇ ਲਈ ਪੂਰਾ ਪਲਾਨ ਨਹੀਂ ਬਣਾ ਸਕੇ, ਇਸ ਕਰਕੇ ਵੈਕਸੀਨੇਸ਼ਨ ਦੇ ਉੱਤੇ ਜਿਹੜਾ ਜਿਸ ਕਿਸਮ ਦੀ ਡਿਬੇਟ ਹੋ ਰਹੀ ਆ ਉਹਨੂੰ ਵੀ ਇਹ ਚੰਗੀ ਤਰ੍ਹਾਂ ਐਡਰੈਸ ਨਹੀਂ ਕਰ ਸਕੇ। ਇਹ ਕਹਿੰਦੇ ਸਿੱਧਾ ਉਹਨਾਂ ਦਾ ਕਸੂਰ ਆ, ਜਿਹਦੇ ਕਰਕੇ ਇਹ ਸਾਰਾ ਦੇਸ਼ ਇਸ ਵੇਲੇ ਭੁਗਤ ਰਿਹਾ ਆ। ਬਹੁਤ ਸਾਰੇ ਜਿਹੜੇ ਮਿਲੀਅਨਸ ਆਫ ਲੋਕ ਆ, ਉਹ ਕਹਿੰਦੇ ਕੈਨੇਡਾ ਦੇ ਵਿੱਚ ਜਿਹੜੇ ਇਹ ਕਹਿ ਰਹੇ ਆ ਕਿ ਸਾਡੀ ਗੱਲਬਾਤ ਕੈਨੇਡਾ ਦੇ ਵਿੱਚ ਸੁਣੀ ਨਹੀਂ ਜਾ ਰਹੀ। ਉਹਨਾਂ ਦੇ ਵਿੱਚੋਂ ਇੱਕ ਭਾਗ ਜਿਹੜਾ ਇਹਨਾਂ ਟਰੱਕਰਸ ਦਾ ਆ। ਹੁਣ ਕੱਲ੍ਹ ਨੂੰ ਪਤਾ ਲੱਗੂਗਾ ਕਿ ਟਰੱਕਰਸ ਉੱਥੇ ਪਹੁੰਚ ਕੇ ਕਿਸ ਤਰ੍ਹਾਂ ਰੈਲੀ ਹੁੰਦੀ ਹੈ ਇਹਨਾਂ ਦੀ, ਕੀ ਇਹਨਾਂ ਦੀ ਗੱਲ ਮੰਨੀ ਜਾਂਦੀ ਹੈ, ਕੋਈ ਇਹਨਾਂ ਦਾ ਮੰਗ ਪੱਤਰ ਲੈਣ, ਕੋਈ ਗੱਲਬਾਤ ਸੁਣਨ ਦੇ ਲਈ ਆਉਂਦਾ ਆ, ਜਾਂ ਇਹ ਸ਼ਾਂਤੀ ਦੇ ਨਾਲ ਆਪਣਾ ਪ੍ਰਦਰਸ਼ਨ ਕਰਕੇ ਵਾਪਸ ਆ ਜਾਂਦੇ ਆ। ਕੋਵਿਡ-19 ਸ਼ੁਰੂ ਹੋਏ ਨੂੰ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ, ਤੇ ਇਸ ਵੇਲੇ ਅੱਜ ਕੈਨੇਡਾ ਦੇ ਵਿੱਚ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ 3 ਮਿਲੀਅਨ ਕੋਵਿਡ-19 ਕੇਸਿਸ ਡਾਕੂਮੈਂਟ ਹੋ ਚੁੱਕੇ ਆ। ਜਦੋਂ ਦੀ ਪੈਂਡੈਮਿਕ ਸਟਾਰਟ ਹੋਈ ਆ, ਤੇ ਘੱਟੋ ਘੱਟ ਜਿਹੜੇ ਮਿਲੀਅਨ ਇਹਨਾਂ ਕੇਸਿਸ ਦੇ ਵਿੱਚ ਹੈਗੇ ਆ, ਉਹ ਪਿਛਲੇ ਮਹੀਨੇ ਦੇ ਵਿੱਚ ਸਾਹਮਣੇ ਆਏ ਆ। 1:30 ਵਜੇ ਈਸਟਰਨ ਟਾਈਮ 28 ਜਨਵਰੀ ਨੂੰ ਇਹ ਟੋਟਲ 3 ਮਿਲੀਅਨ ਦੇ ਕਰੀਬ ਦੱਸਿਆ ਜਾ ਰਿਹਾ ਕੈਨੇਡਾ ਦੇ ਵਿੱਚ ਰਿਕਾਰਡ ਕੀਤਾ ਗਿਆ। ਕਨਫਰਮ ਜਿਹੜਾ ਪਹਿਲਾ ਕੇਸ ਕਨਫਰਮ ਹੋਇਆ ਸੀ ਜਨਵਰੀ 25, 2020 ਦੇ ਵਿੱਚ, ਤੇ ਉਹਦੇ ਤੋਂ ਬਾਅਦ ਇਹ ਨੰਬਰ ਜਿਹੜਾ ਲਗਾਤਾਰ ਇਨਫੈਕਸ਼ਨ ਦਾ ਵੱਧਦਾ ਰਿਹਾ। ਜਿਹੜੇ ਐਕਸਪਰਟ ਆ ਉਹ ਦੱਸ ਰਹੇ ਆ ਕਿ ਜਿੰਨੀ ਇਹ ਗਿਣੀ ਗਈ ਹੈ ਇਨਫੈਕਸ਼ਨ ਕੈਨੇਡਾ ਦੇ ਵਿੱਚ, ਇਹਦੇ ਕੇਸ ਇਹਦੇ ਤੋਂ ਕਿਤੇ ਜ਼ਿਆਦਾ ਹੋਣਗੇ। ਜਿਹੜੀ ਅੰਡਰ ਐਸਟੀਮੇਸ਼ਨ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਕਿ ਟੈਸਟਿੰਗ ਦੀਆਂ ਪੋਲਿਸੀਜ਼ ਆ ਉਹਨੂੰ ਲੈ ਕੇ ਕੁਛ ਜਿਹੜਾ ਇਹ ਕੇਸਿਸ ਘੱਟ ਨਜ਼ਰ ਆ ਰਿਹਾ। ਡਾਕਟਰ ਥਰੇਸਾ ਟੈਮ ਨੇ ਪ੍ਰੈਸ ਬਰੀਫਿੰਗ ਦੇ ਵਿੱਚ ਪਿਛਲੇ ਹਫ਼ਤੇ ਗੱਲਬਾਤ ਕਹੀ ਸੀ। ਔਰ ਇੱਥੇ ਇਹ ਵੀ ਗੱਲ ਦੱਸਣਯੋਗ ਆ ਕਿ ਜਿਹੜਾ ਓਮਿਕਰੋਨ ਕੇਸਿਸ ਆ ਕੈਨੇਡਾ ਦੇ ਵਿੱਚ, ਇਹ ਨਵੰਬਰ 2021 ਦੇ ਵਿੱਚ ਪਹਿਲਾ ਕੇਸ ਡਿਟੈਕਟ ਹੋਇਆ ਸੀ ਕੋਵਿਡ-19 ਦਾ। ਇਹਦੇ ਨਾਲ ਬਹੁਤ ਸਾਰਾ ਕੁਝ ਹਫ਼ਤਿਆਂ ਦੇ ਵਿੱਚ ਹੀ, 2 ਹਫ਼ਤੇ ਬਾਅਦ ਹੀ ਜਿਹੜਾ ਇਹ ਕੇਸ ਇਹਦੇ ਨਾਲ ਬਹੁਤ ਸਾਰੇ ਵਧਣੇ ਸ਼ੁਰੂ ਹੋ ਗਏ ਸੀ। ਕੈਨੇਡਾ ਵਿੱਚ ਉਸ ਵੇਲੇ
ਉਸ ਟਾਈਮ ਜਦੋਂ ਇਹ ਓਮਿਕਰੋਨ ਵੇਰੀਐਂਟ ਆਇਆ ਸੀ 2 ਮਿਲੀਅਨ ਤੋਂ ਘੱਟ ਕੇਸ ਸੀਗੇ ਤੇ 1 ਮਹੀਨਾ ਲੱਗਿਆ ਇਹਨਾਂ ਨੂੰ 3 ਮਿਲੀਅਨ ਹੋਣ ਦੇ ਲਈ, ਕਨਫਰਮ ਹੋਣ ਦੇ ਲਈ। ਜਿੰਨੀ ਐਕਸਟਰਾਆਰਡੀਨਰੀ ਸਪੀਡ ਦੇ ਨਾਲ ਓਮਿਕਰੋਨ ਵੇਰੀਐਂਟ ਵਧਿਆ ਆ ਪਿਛਲੀਆਂ ਹੌਲੀਡੇਜ਼ ਦੇ ਵਿੱਚ ਸਾਰੇ ਥਾਵਾਂ ਦੇ ਉੱਤੇ, ਹੁਣ ਪੂਰੀ ਦੁਨੀਆ ਦੇ ਵਿੱਚ ਲਗਭਗ ਇਹ ਸਾਰਾ ਕੁਝ ਕੰਟਰੋਲ ਦੇ ਵਿੱਚ ਆ ਰਿਹਾ, ਕੇਸਿਸ ਘਟ ਰਹੇ ਆ। ਕੈਨੇਡਾ ਦੇ ਵਿੱਚ ਵੀ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਗੱਲਬਾਤ ਕੀਤੀ ਗਈ ਸੀ, ਆਪਣੀ ਪੀਕ ਨੂੰ ਕ੍ਰੋਸ ਕਰ ਚੁੱਕੇ ਹਾਂ ਅਸੀਂ। ਹੁਣ ਹੌਲੀ ਹੌਲੀ ਲੱਗਦਾ ਆ ਕਿ ਇਹ ਕੇਸਿਸ ਘਟ ਜਾਣਗੇ ਤੇ ਸਾਰਾ ਕੁਝ ਠੀਕ ਠਾਕ ਹੋ ਜਾਊਗਾ। ਕੈਨੇਡਾ ਦੇ ਟੌਪ ਡਾਕਟਰ ਤੇ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਜਿਹੜੀ PHAC ਆ, ਉਹਨਾਂ ਨੇ ਦੱਸਿਆ ਸੀ ਕਿ 100 ਤੋਂ ਜ਼ਿਆਦਾ ਕੇਸ ਨਵੇਂ ਓਮਿਕਰੋਨ ਦੇ ਸਬ ਵੇਰੀਐਂਟ ਦੇ, ਜਿਹਨੂੰ BA.2 ਕਿਹਾ ਜਾ ਰਿਹਾ ਸੀ, ਉਹ ਵੀ ਲਗਾਤਾਰ ਵੱਧ ਰਹੇ ਆ। ਜਿੱਥੇ COVID-19 ਸਭ ਤੋਂ ਪਹਿਲਾਂ ਆਇਆ ਸੀ, ਉਹਦੇ ਤੋਂ ਬਾਅਦ ਇਹਦੇ 4, 5, 6 ਵੇਰੀਐਂਟ ਜਿਹੜੇ ਸਾਹਮਣੇ ਆਏ, ਜਿਨ੍ਹਾਂ ਦੇ ਵਿੱਚੋਂ ਇੱਕ ਡੈਲਟਾ ਵੇਰੀਐਂਟ ਸੀ ਜਿਹਦੇ ਨਾਲ ਬਹੁਤ ਸਾਰੀ ਇਨਫੈਕਸ਼ਨ ਹੋਈ, ਬਹੁਤ ਸਾਰੇ ਲੋਕਾਂ ਦੀ ਮੌਤ ਹੋਈ। ਉਹਦੇ ਤੋਂ ਬਾਅਦ ਜਿਹੜਾ ਸਭ ਤੋਂ ਵੱਧ ਚਰਚਾ ਦੇ ਵਿੱਚ ਵੇਰੀਐਂਟ ਆਇਆ ਸੀ, ਉਹ ਓਮਿਕਰੋਨ ਵੇਰੀਐਂਟ ਸੀ, ਜਿਹਦਾ ਅਸੀਂ ਜ਼ਿਕਰ ਕਰ ਰਹੇ ਹਾਂ, ਜਿਹਦੇ ਕਰਕੇ ਕੇਸ ਸਭ ਤੋਂ ਜ਼ਿਆਦਾ ਵਧੇ ਸੀ। ਹੁਣ ਥੋੜਾ ਚਿਰ ਪਹਿਲਾਂ ਓਮਿਕਰੋਨ ਦਾ ਅੱਗਿਓਂ ਸਬ ਵੇਰੀਐਂਟ, ਮਤਲਬ ਇਹਦੀ ਅੱਗਿਓਂ ਇੱਕ ਛੋਟੀ ਜਿਹੀ ਕਿਸਮ ਜਿਹੜੀ ਆ, ਜਿਹਨੂੰ BA.2 ਕਿਹਾ ਜਾ ਰਿਹਾ, ਉਹ ਸਾਹਮਣੇ ਆਈ ਸੀ। ਡਾਕਟਰ ਥਰੇਸਾ ਟੈਮ ਨੇ ਇਹ ਵੀ ਕਿਹਾ ਕਿ ਅਸੀਂ ਇਹਦੇ ਉੱਤੇ ਲਗਾਤਾਰ ਜਿਹੜਾ BA.2 ਸਬ ਵੇਰੀਐਂਟ ਹੈ, ਇਹਦੇ ਉੱਤੇ ਵੀ ਲਗਾਤਾਰ ਅਸੀਂ ਨਜ਼ਰ ਰੱਖ ਰਹੇ ਹਾਂ, ਬਹੁਤ ਕਲੋਜ਼ਲੀ ਇਹਨੂੰ ਮੋਨੀਟਰ ਕੀਤਾ ਜਾ ਰਿਹਾ। ਇਹ ਕੈਨੇਡਾ ਉਹਨਾਂ ਦੇਸ਼ਾਂ ਦੇ ਵਿੱਚੋਂ ਇੱਕ ਦੇਸ਼ ਸੀ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਇਸ ਵੇਰੀਐਂਟ ਨੂੰ ਪਿਕ ਕੀਤਾ, ਤੇ 100 ਦੇ ਕਰੀਬ ਇਸ ਸਬ ਵੇਰੀਐਂਟ ਦੇ ਕੇਸ ਆਇਡੈਂਟੀਫਾਈ ਕੀਤੇ ਜਾ ਚੁੱਕੇ ਆ। 51 ਕੇਸ BA.2 ਸਬ ਵੇਰੀਐਂਟ ਦੇ ਬੁੱਧਵਾਰ ਤੱਕ ਡਿਟੈਕਟ ਕੀਤੇ ਜਾ ਚੁੱਕੇ ਸੀ। ਇਹ ਹਾਲਾਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹਨੂੰ ਕੋਈ ਵੇਰੀਐਂਟ ਆਫ ਕੰਸਰਨ ਜਾਂ ਇਸ ਕਿਸਮ ਦਾ ਨਹੀਂ ਕਿਹਾ ਜਿਹਦਾ ਬਹੁਤ ਵੱਡਾ ਖਤਰਾ ਹੋਵੇ, ਪਰ ਦੱਸਿਆ ਜਾ ਰਿਹਾ ਕਿ ਵੀ ਬਹੁਤ ਜ਼ਿਆਦਾ ਤੇਜ਼ੀ ਨਾਲ ਜਿਹੜਾ ਟਰਾਂਸਮਿਟ ਹੁੰਦਾ ਆ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹਨੂੰ ਹਜੇ ਕੁਛ ਨਾ ਕੁਛ ਇਹਦੇ ਬਾਰੇ ਗੱਲਬਾਤ ਦੱਸਣੀ ਆ। ਓਮਿਕਰੋਨ ਵੇਰੀਐਂਟ B.1.1.5 to 9 ਇਹਦੇ ਜਿਹੜੇ 4 ਸਬ ਲਾਈਨੇਜ ਦੱਸੇ ਜਾ ਰਹੇ ਆ, BA.1, BA.1.1 ਤੇ BA.2 ਤੇ BA.3. ਇਹਨਾਂ ਸਾਰੇ ਕੇਸਾਂ ਦੇ ਵਿੱਚ ਜਿਹੜੇ ਸਬ ਵੇਰੀਐਂਟਸ ਆ ਪੂਰੀ ਦੁਨੀਆ ਦੇ ਵਿੱਚ ਵੱਧ ਰਹੇ ਆ। ਅਜੇ ਉਹ ਕਹਿੰਦੇ ਬਹੁਤ ਬਹੁਤ ਥੋੜਾ ਸਮਾਂ ਹੋਊਗਾ ਜੇ ਇਹਦੇ ਵਿੱਚ ਇਹ ਕਿਹਾ ਜਾਵੇ ਕਿ ਇਹਨਾਂ ਵੇਰੀਐਂਟਸ ਦਾ ਕਿੰਨਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ। ਲੱਗਦਾ ਨਹੀਂ ਹੁਣ COVID-19 ਦੇ ਹੋਰ ਜ਼ਿਆਦਾ ਕੋਈ ਵੇਰੀਐਂਟ ਜਿਹੜੇ ਕਿ ਬਹੁਤ ਜ਼ਿਆਦਾ ਖਤਰਨਾਕ ਹੋਣਗੇ ਉਹ ਸਾਹਮਣੇ ਆਉਣਗੇ, ਪਰ ਇਹਦਾ ਇੱਕੋ ਇੱਕ ਇਲਾਜ ਵੈਕਸੀਨੇਸ਼ਨ ਹੈ। ਜਿੰਨੀ ਜਲਦੀ ਦੁਨੀਆ ਦੇ ਵਿੱਚ ਵੈਕਸੀਨੇਸ਼ਨ ਹੋ ਜੂਗੀ ਉਹਨੇ ਚਾਂਸ ਘਟਦੇ ਜਾਂਦੇ ਆ ਕਿ ਇਹਦੇ ਵੇਰੀਐਂਟ, ਇਹਦੀ ਮਿਊਟੇਸ਼ਨਸ ਅੱਗੇ ਹੋਣ ਤੇ ਹੋਰ ਇਹਦੇ ਵੇਰੀਐਂਟ ਬਣਨ, ਤੇ ਉਨੀ ਜਲਦੀ ਇਹ ਖਤਮ ਹੋ ਜੂਗਾ ਜਾਂ ਇੱਕ ਜਿਹੜਾ ਕਾਮਨ ਫਲੂ ਉਹਦਾ ਰੂਪ ਆਉਣ ਵਾਲੇ ਸਮੇਂ ਦੇ ਵਿੱਚ ਧਾਰਨ ਕਰ ਲਊਗਾ। ਇੱਕ ਖਬਰ ਅੱਜ ਅਮਰੀਕਾ ਦੇ ਵਿੱਚੋਂ ਆਈ ਹੈ ਜਿਹੜੀ ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਵੀ ਸੁਰਖੀਆਂ ਬਣੀ ਆ। ਇੱਕ 50 ਸਾਲ ਪੁਰਾਣਾ ਪੁਲ ਕਲੈਪਸ ਕਰ ਗਿਆ ਪਿਟਸਬਰਗ ਦੇ ਵਿੱਚ ਅੱਜ ਸਵੇਰੇ, ਜਿਹੜਾ 150 ਫੁੱਟ ਜਾਣੀ ਕਿ 46 ਕੁ ਮੀਟਰ ਡੂੰਘਾ ਇਹ ਚਲਾ ਗਿਆ। ਇੱਕ ਹਿਊਮਨ ਚੇਨ ਬਣਾਉਣੀ ਪਈ ਉੱਥੇ, ਇੱਕ ਬੱਸ ਜਾ ਰਹੀ ਸੀ ਜਿਹਦੇ ਤੋਂ ਬਾਅਦ ਇਹ ਪੁਲ ਥੱਲੇ ਚਲਿਆ ਗਿਆ, ਕਲੈਪਸ ਕਰ ਗਿਆ। ਇਹ ਜਿਹੜੀ ਕਲੈਪਸ ਹੋਇਆ ਉਹ ਪੁਲ ਟੱਠਿਆ ਉਹ ਵੀ ਕੁਛ ਘੰਟੇ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਇੱਥੇ ਸਿਟੀ ਦੇ ਵਿੱਚ ਵਿਜ਼ਿਟ ਕਰਨ ਵਾਲੇ ਆ, ਤੇ ਉਹਨਾਂ ਨੇ $1 ਟ੍ਰਿਲੀਅਨ ਦੇ ਇਨਫਰਾਸਟਰਕਚਰ ਲਾ ਦੇ ਵਿੱਚੋਂ ਉਹਨੂੰ ਪ੍ਰਮੋਟ ਕਰਨ ਦੇ ਲਈ ਇੱਥੇ ਅਨਾਊਂਸਮੈਂਟ ਕਰਨੀ ਸੀ, ਜਿਹਦੇ ਵਿੱਚੋਂ ਦੱਸਿਆ ਜਾ ਰਿਹਾ ਕਿ $1.6 ਜਿਹੜਾ ਇੱਥੇ ਪੈਨਸਿਲਵੇਨੀਆ ਦੇ ਵਿੱਚ ਜਿਹੜੀ ਬ੍ਰਿਜ ਮੇਨਟੇਨੈਂਸ ਆ ਉਹਦੇ ਲਈ ਜਾਰੀ ਕਰਨਾ ਸੀ। ਸੋ ਪਿਟਸਬਰਗ ਪੈਨਸਿਲਵੇਨੀਆ ਦੇ ਵਿੱਚ ਇਸ ਘਟਨਾ ਨੇ ਵੀ ਅੱਜ ਅਖਬਾਰਾਂ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਵੱਖ-ਵੱਖ ਅਖਬਾਰਾਂ ਨੇ ਇਹਨੂੰ ਛਾਪਿਆ। ਪੁਲ ਭਾਵੇਂ ਡਿੱਗਿਆ, ਦੁਰਘਟਨਾ ਵਾਪਰੀ ਆ, ਪਰ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਕੁਛ ਮਾਈਨਰ ਇੰਜਰੀਜ਼ ਹੋਈਆਂ ਆ, ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉਹਨਾਂ ਨੇ ਬਾਅਦ ਦੇ ਵਿੱਚ ਡਰੋਨ ਦੇ ਨਾਲ ਇਹ ਸਾਰੇ ਇਲਾਕੇ ਨੂੰ ਦੇਖਿਆ ਕਿ ਕਿਤੇ ਕੋਈ ਵਿਅਕਤੀ ਇੱਥੇ ਰਹਿੰਦਾ ਨਾ ਹੋਵੇ। ਬਹੁਤ ਸਾਰੇ 5 ਹੋਰ ਵਹੀਕਲ ਸੀਗੇ ਜਿਹੜੇ ਇਸ ਬ੍ਰਿਜ ਦੇ ਉੱਤੇ ਸੀਗੇ ਉਸ ਟਾਈਮ ਜਦੋਂ ਇਹ ਕਲੈਪਸ ਕੀਤਾ ਆ। ਇਹਦੀ ਇਨਵੈਸਟੀਗੇਸ਼ਨ ਇਸ ਵੇਲੇ ਚੱਲ ਰਹੀ ਆ ਕਿ ਕੀ ਕਾਰਨ ਸੀ ਕਿ ਇਹ ਪੁਲ ਕਿਸ ਤਰੀਕੇ ਨਾਲ ਡਿੱਗ ਪਿਆ। ਜਿਹੜੇ ਸਿਟੀ ਦੇ ਅਫੀਸ਼ੀਅਲਸ ਆ ਉਹ ਦੱਸ ਰਹੇ ਆ ਕਿ ਫੋਰਬਸ ਐਵਨਿਊ ਬ੍ਰਿਜ ਜਿਹੜਾ ਫਰਨ ਹੋਲੋ ਕ੍ਰੀਕ ਦੇ ਉੱਤੇ ਆ ਫ੍ਰਿਕ ਪਾਰਕ ਦੇ ਵਿੱਚ 6:39 ਤੇ ਸਵੇਰੇ ਉੱਥੇ ਇੱਕ ਬਹੁਤ ਜ਼ਿਆਦਾ ਜਿਹੜੀ ਲੋਕਾਂ ਨੇ ਆਵਾਜ਼ ਸੁਣੀ, ਕਲੈਪਸ ਕਰ ਗਿਆ। ਉਹਦੇ ਤੋਂ ਬਾਅਦ ਜਿਹੜੀ ਸਾਊਂਡ ਆਈ, ਨੈਚੁਰਲ ਗੈਸ ਦੀ ਸਮੈਲ ਆਈ, ਕਿਉਂਕਿ ਉੱਥੇ ਇੱਕ ਗੈਸ ਲਾਈਨ ਸੀਗੀ ਜਿਹੜੀ ਬ੍ਰਿਜ ਦੇ ਵਿੱਚ ਬਾਅਦ ਦੇ ਵਿੱਚ ਰਪਚਰ ਹੋ ਗਈ, ਉਹਦੇ ਵਿੱਚ ਬਹੁਤ ਸਾਰੀ ਗੈਸ ਲੀਕ ਹੋ ਗਈ। ਲਗਭਗ ਅੱਧਾ ਘੰਟਾ ਲੱਗਿਆ ਸਿਟੀ ਅਫੀਸ਼ੀਅਲ ਨੂੰ ਉੱਥੇ ਇਹਨੂੰ ਕਾਬੂ ਕਰਨ ਦੇ ਵਿੱਚ। ਸਪੋਕਸਪਰਸਨ ਦੱਸ ਰਹੇ ਆ ਜਿਹੜੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆ, ਜਿਹੜੀ ਇੱਕ ਇੰਡੀਪੈਂਡੈਂਟ ਗਵਰਨਮੈਂਟ ਏਜੰਸੀ ਆ, ਕਿ ਇਨਵੈਸਟੀਗੇਸ਼ਨ ਟਰਾਂਸਪੋਰਟੇਸ਼ਨ ਦੀ ਇਹਦੇ ਮਾਮਲੇ ਦੇ ਵਿੱਚ ਵੀ ਕੀਤੀ ਜਾ ਰਹੀ ਹੈ। ਟੀਮ ਉੱਥੇ 10 ਜਣਿਆਂ ਦੀ ਗਈ ਆ ਜਿਹੜੀ ਇਹ ਦੱਸ ਰਹੀ ਹੈ ਕਿ ਜਿਹੜਾ ਹੋਇਆ ਇਹ ਕਿਸ ਤਰੀਕੇ ਨਾਲ ਹੋਇਆ, ਕੀ ਇਹਦੇ ਤੋਂ ਬਚਿਆ ਜਾ ਸਕਦਾ ਸੀ, ਜਾਂ ਹੋਰ ਪੈਨਸਿਲਵੇਨੀਆ ਦੇ ਵਿੱਚ ਜਿਹੜੇ ਪੁਲ ਹੈਗੇ ਆ ਉਹਨਾਂ ਦਾ
ਕੀ ਕੀਤਾ ਜਾਣਾ, ਉਹਨਾਂ ਦਾ ਕੀ ਦੁਬਾਰਾ ਇਨਵੈਸਟੀਗੇਸ਼ਨ ਕੀਤੀ ਜਾਣੀ ਚਾਹੀਦੀ ਆ ਕਿ ਇਹ ਕਦੋਂ ਦੇ ਬਣੇ ਆ ਤੇ ਕਿੰਨੇ ਇਹ ਸੇਫ ਹੈਗੇ ਆ। ਕੁਝ ਲੋਕ ਜਿਨ੍ਹਾਂ ਦੇ ਇੰਜਰੀਜ਼ ਆਈਆਂ ਉਹਨਾਂ ਨੂੰ ਉੱਥੇ ਨੇੜੇ ਹਸਪਤਾਲ ਦੇ ਵਿੱਚ ਲਗਾਇਆ ਗਿਆ, ਬਾਅਦ ਦੇ ਵਿੱਚ ਉਹਨਾਂ ਨੂੰ ਉੱਥੋਂ ਫ੍ਰੀ ਕਰ ਦਿੱਤਾ ਗਿਆ। ਹੁਣ ਇਸ ਗੱਲ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਆ ਕਿ ਜੋ ਰਿਵਿਊ ਕੀਤਾ ਜਾ ਰਿਹਾ ਕਿ ਜੋ ਕੁਛ ਇੱਥੇ ਵਾਪਰਿਆ ਉਹਦੇ ਪਿੱਛੇ ਕਾਰਨ ਕੀ ਸੀ। ਇੱਕ ਵੱਡਾ ਹਾਦਸਾ ਵਾਪਰਿਆ ਤੇ ਜਿਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਇਸ ਗੱਲ ਤੋਂ ਜਾਨੀ ਨੁਕਸਾਨ ਤੋਂ ਉੱਥੇ ਬਚਾਅ ਹੋ ਗਿਆ ਤੇ ਹੁਣ ਇਹਦੀ ਉੱਥੇ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੀਤੀ ਜਾ ਰਹੀ ਹੈ ਕਿ ਇਹਦੇ ਪਿੱਛੇ ਕਾਰਨ ਕਿਹੜੇ ਸਨ। ਪਿਛਲੇ ਕੁਝ ਸਮੇਂ ਤੋਂ ਅਸੀਂ ਲਗਾਤਾਰ ਜਿਹੜੇ ਇੰਡੀਜੀਨੀਅਸ ਲੋਕਾਂ ਦੇ ਮਾਮਲੇ ਤੁਹਾਡੇ ਨਾਲ ਸਾਂਝੇ ਕਰਦੇ ਆ ਰਹੇ ਹਾਂ। ਅੱਜ ਉਸ ਮੂਲ ਨਿਵਾਸੀ ਭਾਈਚਾਰੇ ਦੇ ਵਿੱਚ ਗੁੱਸੇ ਦੀ ਲਹਿਰ ਆ ਕਿਉਂਕਿ ਇੱਕ ਮੋਨੂਮੈਂਟ ਜਿਹੜਾ ਡੈਡੀਕੇਟ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ ਇਸ ਭਾਈਚਾਰੇ ਨੂੰ, ਜਿਹੜੇ ਵਿਕਟਮ ਤੇ ਸਰਵਾਈਵਰ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਸੀਗੇ, ਉਹਨੂੰ ਨਾਰਥ ਵੈਨਕੂਵਰ ਦੇ ਵਿੱਚ ਭੰਨ ਤੋੜ ਉਹਦੇ ਨਾਲ ਕੀਤੀ ਗਈ, ਛੇੜਛਾੜ ਕੀਤੀ ਗਈ। ਤੁਹਾਨੂੰ ਪਤਾ ਆ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਜੋ ਕੁਛ ਹੋਇਆ, ਕਿਸ ਤਰੀਕੇ ਦੇ ਨਾਲ ਉੱਥੇ ਬੱਚਿਆਂ ਨੂੰ ਮਾਰ ਦਿੱਤਾ ਗਿਆ, ਉਹਨਾਂ ਦੀ ਯਾਦ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਕੁਝ ਯਾਦਗਾਰਾਂ ਬਣੀਆਂ ਆ। ਨਾਰਥ ਵੈਨਕੂਵਰ ਵਿੱਚ ਬਣੀ ਇਸ ਯਾਦਗਾਰ ਨੂੰ ਕਿਸੇ ਨੇ ਭੰਨ ਦਿੱਤਾ। ਇਹ ਜਿਹੜਾ ਮੋਨੂਮੈਂਟ ਸੀ, ਇਹ 2000 ਬੱਚੇ ਜਿਹੜੇ ਇਹਨਾਂ ਸਕੂਲਾਂ ਦੇ ਵਿੱਚ ਗੁੰਮ ਗਏ ਸੀ, ਮਰ ਗਏ ਸੀ, ਉਹਨਾਂ ਦੇ ਪਰਿਵਾਰਾਂ ਨੂੰ ਸਮਰਪਿਤ ਸੀ। ਸੇਂਟ ਪੌਲਸ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ, ਤੇ ਇਹ ਲੋਕੇਟ ਸੀ ਕਾਰਨਰ ਆਫ ਫੋਰਬਸ ਤੇ 6th ਸਟਰੀਟ ਦੇ ਉੱਤੇ। ਬੁੱਧਵਾਰ ਨੂੰ ਦੱਸਿਆ ਜਾ ਰਿਹਾ ਕਿ ਸੈਰੀਮੋਨੀਅਲ ਫਿਗਰ ਇੱਥੇ ਜਿਹੜੀ ਹੈਗੀ ਹੈ ਇਹਨੂੰ ਡੈਮੇਜ ਕੀਤਾ ਗਿਆ। ਬਹੁਤ ਸਾਰੇ ਫੁੱਲ ਵਾਸਿਸ ਉੱਥੇ ਜਿਹੜੇ ਸੀਗੇ ਪਏ ਸੀਗੇ, ਉਹ ਟੁੱਟੇ ਪਏ ਸੀ ਉਹਦੇ ਆਲੇ ਦੁਆਲੇ। ਇਹਦੇ ਉੱਤੇ ਸਕੋਮਿਸ਼ ਦੇ ਫਸਟ ਨੇਸ਼ਨ ਇਲੈਕਟਡ ਕਾਉਂਸਲਰ ਵਿਲਸਨ ਵਿਲੀਅਮਸ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਇਸ ਗੱਲ ਦੀ ਜਿਹੜੀ ਛਾਣਬੀਣ ਹੋਣੀ ਚਾਹੀਦੀ ਆ ਕਿ ਕੌਣ ਆ ਜਿਹੜਾ ਇਸ ਕਿਸਮ ਦਾ ਵਾਇਲੈਂਟ ਐਕਟ ਕਰਕੇ ਗਿਆ। ਇਹ ਆਪਣੇ ਆਪ ਦੇ ਵਿੱਚ ਇੱਕ ਸਿੰਬਲ ਆ ਉੱਥੇ ਦਾ, ਜਿਹੜਾ ਇਹ ਦੱਸਦਾ ਆ ਜਾਂ ਇਸ ਚੀਜ਼ ਦੀ ਯਾਦ ਦਿਵਾਉਂਦਾ ਆ ਕਿ ਜਿਹੜੇ ਇੱਥੇ ਦੀ ਸਰਕਾਰ ਦੇ, ਉਸ ਵੇਲੇ ਦੀ ਸਰਕਾਰ ਦੇ ਚਰਚ ਨਾਲ ਸੰਬੰਧਿਤ ਲੋਕ ਸੀ ਜਿਨ੍ਹਾਂ ਨੇ ਰੈਜ਼ੀਡੈਂਸ਼ੀਅਲ ਸਕੂਲ ਚਲਾਏ ਸੀ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਮਾਰ ਦਿੱਤਾ ਗਿਆ ਜਾਂ ਉਹ ਬੱਚੇ ਜਿਹੜੇ ਗੁਆਚ ਗਏ ਸੀ, ਉਹਨਾਂ ਦੀ ਯਾਦ ਦੇ ਵਿੱਚ ਲੱਗੀ ਇਸ ਯਾਦਗਾਰ ਨੂੰ ਜਦੋਂ ਭੰਨ ਤੋੜ ਕੀਤੀ ਗਈ ਤਾਂ ਕੁਦਰਤੀ ਤੌਰ 'ਤੇ ਉਸ ਭਾਈਚਾਰੇ ਨੂੰ ਇਹਦਾ ਦੁੱਖ ਵੀ ਪਹੁੰਚਦਾ ਆ। ਤੇ ਹੁਣ ਇਹਦੇ ਨਾਲ ਹੀ ਕੱਲ੍ਹ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਸੇਂਟ ਜੋਸਫਸ ਮਿਸ਼ਨ ਰੈਜ਼ੀਡੈਂਸ਼ੀਅਲ ਸਕੂਲ ਜਿਹੜਾ ਵਿਲੀਅਮਸ ਲੇਕ ਦੇ ਵਿੱਚ ਸੀਗਾ, ਉਹਦੀਆਂ ਜਿਹੜੀਆਂ 100 ਦੇ ਕਰੀਬ ਉੱਥੇ ਇਹ ਗੱਲਬਾਤ ਸਾਹਮਣੇ ਆਈ ਸੀ ਕਿ ਇੱਥੋਂ ਗ੍ਰੇਵਜ਼ ਮਿਲੀਆਂ ਆ। ਰਡਾਰ ਦੇ ਨਾਲ ਪਤਾ ਲੱਗਿਆ ਆ, ਪੈਨੀਟ੍ਰੇਟਿੰਗ ਰਡਾਰ ਦੇ ਨਾਲ, ਕਿ ਵਿਲੀਅਮਸ ਲੇਕ ਦੇ ਇੱਥੇ ਉਹ ਲਾਸ਼ਾਂ ਜਿਹੜੀਆਂ ਪਈਆਂ ਸੀ। ਹੁਣ ਜਿਸ ਤਰੀਕੇ ਦੇ ਨਾਲ ਇਹ ਮਾਮਲੇ ਸਾਹਮਣੇ ਆ ਰਹੇ ਆ, ਕਈ ਘਟਨਾਵਾਂ ਕੈਨੇਡਾ ਦੇ ਵਿੱਚ ਵਾਪਰ ਰਹੀਆਂ। ਕੈਮਲੂਪਸ ਦੇ ਵਿੱਚ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ, ਉਹਦੇ ਤੋਂ ਫਿਰ ਜਿਹੜੀ ਸਸਕਾਚਵਿਨ ਦੇ ਵਿੱਚ ਤੇ ਹੋਰ ਥਾਵਾਂ ਦੇ ਉੱਤੇ ਮਾਮਲੇ ਸਾਹਮਣੇ ਆਏ ਸੀ, ਉਹਦੇ ਤੋਂ ਬਾਅਦ ਕੁਝ ਚਰਚ ਨੂੰ ਅੱਗ ਵੀ ਲੱਗੀਆਂ ਸੀ। ਸੋ ਕਿਤੇ ਨਾ ਕਿਤੇ ਇਹ ਇੱਕ ਦੂਜੇ ਨਾਲ ਜੁੜਦੀਆਂ ਘਟਨਾਵਾਂ ਆ ਕਿ ਇੱਕ ਪਾਸੇ ਇੱਕ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਉਹ ਫਸਟ ਨੇਸ਼ਨ ਦੇ ਲੋਕ ਕਹਿ ਰਹੇ ਆ ਕਿ ਇੱਥੇ 95 ਦੇ ਕਰੀਬ ਬੱਚੇ ਦੱਬੇ ਪਏ ਆ, ਉਹਨਾਂ ਦੀਆਂ ਲਾਸ਼ਾਂ ਸਾਨੂੰ ਲੱਗਦਾ ਇੱਥੇ ਹੈਗੀਆਂ। ਤਾਂ ਉਹਦੇ ਤੋਂ ਬਾਅਦ ਨਾਰਥ ਵੈਨਕੂਵਰ ਦੇ ਵਿੱਚ ਜਿਹੜੀ ਇੱਕ ਯਾਦਗਾਰ ਉਹਨਾਂ ਬੱਚਿਆਂ ਦੀ ਯਾਦ ਦੇ ਵਿੱਚ ਪਹਿਲਾਂ ਹੀ ਬਣੀ ਆ, ਉਹਦੇ ਨਾਲ ਭੰਨ ਤੋੜ ਹੁੰਦੀ ਆ। ਕਿਤੇ ਨਾ ਕਿਤੇ ਇਹਨਾਂ ਸਾਰੀਆਂ ਗੱਲਾਂ ਦਾ ਆਪਸ ਦੇ ਵਿੱਚ ਸੰਬੰਧ ਜਿਹੜਾ ਜੁੜਦਾ ਹੈ। ਤੇ RCMP ਦੀ ਇੰਟੀਗ੍ਰੇਟਿਡ ਫਸਟ ਨੇਸ਼ਨ ਯੂਨਿਟ ਆ, ਉਹ ਇਸ ਚੀਜ਼ ਦੇ ਲਈ ਇਸ ਵੇਲੇ ਕਿਹਨੇ ਇਹ ਕੀਤਾ ਉਹਦੇ ਲਈ ਉਹ ਇਹਦੀ ਜਿਹੜੀ ਖੋਜਬੀਨ ਕਰ ਰਹੇ ਆ। ਤੇ ਉਹਨਾਂ ਨੇ ਕਿਹਾ ਕਿ ਜੇ ਕਿਸੇ ਕੋਲ ਕੋਈ ਇਨਫੋਰਮੇਸ਼ਨ ਹੋਵੇ ਤਾਂ ਉਹ 604 985 1311 ਦੇ ਉੱਤੇ ਸੰਪਰਕ ਕਰਨ। ਕੱਲ੍ਹ ਰਿਚਮੰਡ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਿਹਦੇ ਵਿੱਚ ਪਤਾ ਲੱਗਿਆ ਸੀ ਕਿ 4 ਵਿਅਕਤੀਆਂ ਦੀ ਮੌਤ ਹੋ ਗਈ ਆ ਔਰ ਇੱਕੋ ਫੈਮਿਲੀ ਮੈਂਬਰ ਸੀਗੇ ਰਿਚਮੰਡ BC ਦੇ ਵਿੱਚ। ਹੁਣ ਉਹਦੇ ਬਾਰੇ ਅਗਲੀ ਜਿਹੜੀ ਅਪਡੇਟ ਆ ਰਹੀ ਆ ਕਿ ਇਹ ਮਰਡਰ ਸੁਸਾਈਡ ਦਾ ਕੇਸ ਲੱਗਦਾ ਕਿ ਉਹਨੇ ਪਹਿਲਾਂ ਇੱਕ ਵਿਅਕਤੀ ਨੇ ਬਾਕੀਆਂ ਨੂੰ ਮਾਰ ਦਿੱਤਾ ਤੇ ਫਿਰ ਆਪ ਜਿਹੜੀ ਆਪਣੇ ਆਪ ਨੂੰ ਗੋਲੀ ਮਾਰ ਲਈ, ਆਤਮ ਹੱਤਿਆ ਕਰ ਲਈ। 2 ਆਦਮੀ ਤੇ 2 ਔਰਤਾਂ ਦੇ ਵਿੱਚ ਸੀਗੀਆਂ, ਇੱਕੋ ਪਰਿਵਾਰ ਦੇ ਮੈਂਬਰ। ਕਨਫਰਮੇਸ਼ਨ ਹੋਈ ਆ ਗਾਰਡਨ ਸਿਟੀ ਰੋਡ ਡਿਊਪਲੈਕਸ ਦੇ ਵਿੱਚ ਜਿਹੜਾ ਐਲਡਰ ਬ੍ਰਿਜ ਵੇ ਦੇ ਨੇੜੇ ਇਹ ਜਗ੍ਹਾ ਆ। ਬੋਡੀਜ਼ ਉਹਨਾਂ ਦੀਆਂ ਡਿਸਕਵਰ ਹੋਈਆਂ ਸੀ ਟਿਊਜ਼ਡੇ ਸ਼ਾਮ ਨੂੰ, ਤੇ ਮੰਨਿਆ ਜਾਂਦਾ ਸੀ ਕਿ ਉਹ ਇੱਕ ਰਾਤ ਪਹਿਲਾਂ ਉਹਦੇ ਤੋਂ ਮਰੇ ਸੀ। ਸੋ ਅੱਜ ਫਰਾਈਡੇ ਵਾਲੇ ਦਿਨ ਜਿਹੜੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਆ IHIT, ਉਹਨਾਂ ਨੇ ਇਹਨਾਂ ਦੀ ਜਾਣ ਪਛਾਣ ਜਿਹੜੀ ਸਾਂਝੀ ਕੀਤੀ ਆ ਕਿ ਇੱਕ ਦੀ ਉਮਰ 71 ਸਾਲ ਸੀ, ਜਿਹੜਾ ਬਾਪ ਸੀ 58 ਸਾਲ ਦੀ, ਉਹ ਦੂਜੀ ਜਿਹੜੀ ਮਦਰ ਸੀਗੀ, ਤੇ 2 ਅਡਲਟ ਬੱਚੇ ਸੀਗੇ, ਇੱਕ ਦੀ ਉਮਰ 23 ਸਾਲ ਤੇ ਇੱਕ ਦੀ ਉਮਰ 21 ਸਾਲ। ਐਵੀਡੈਂਸ ਜਿਹੜੇ ਇਹ ਦੱਸ ਰਹੇ, ਉਹ ਕਹਿੰਦੇ ਸੁਜੈਸਟ ਕਰ ਰਹੇ ਕਿ ਮਰਡਰ ਸੁਸਾਈਡ ਦਾ ਕੇਸ ਆ, ਕਿ ਪਹਿਲਾਂ ਬਾਕੀਆਂ ਨੂੰ ਮਾਰਿਆ ਇਹਨਾਂ ਦੇ ਵਿੱਚੋਂ ਤੇ ਫਿਰ ਉਹਨੇ ਆਪਣੇ ਆਪ ਨੂੰ ਮਾਰ ਲਿਆ। ਪੁਲਿਸ ਨੇ ਅਜੇ ਤੱਕ ਉਹਨਾਂ ਦੇ ਵਿਕਟਮਸ ਦੇ ਨਾਂ ਨਹੀਂ ਦੱਸੇ, ਇਹ ਵੀ ਨਹੀਂ ਦੱਸਿਆ ਕਿ ਇਹ ਕੌਣ ਹੈਗੇ ਆ।
ਕਿਹੜੇ ਪਰਿਵਾਰ ਨਾਲ ਸੰਬੰਧਿਤ ਆ, ਕਿਉਂਕਿ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੇ ਪ੍ਰਾਈਵੇਸੀ ਇਸ਼ੂਜ਼ ਨੂੰ ਲੈ ਕੇ ਕਿਹਾ ਕਿ ਇਹਨਾਂ ਦੇ ਨਾਮ ਪਬਲਿਕ ਦੇ ਵਿੱਚ ਨਾ ਦੱਸੇ ਜਾਣ। ਅਜੇ ਤੱਕ ਮੋਟਿਵ ਵੀ ਨਹੀਂ ਸਮਝ ਆਇਆ ਕਿ ਉਹਨਾਂ ਦੀ ਆਪਸ ਦੇ ਵਿੱਚ ਕੋਈ ਲੜਾਈ ਹੋਈ ਆ, ਜਾਣਬੁੱਝ ਕੇ ਉਹਨੇ ਉਹਨਾਂ ਨੂੰ ਮਾਰਿਆ, ਇਹਦੀ ਵੀ ਜਿਹੜੀ ਅਜੇ ਕਨਫਰਮੇਸ਼ਨ ਕੀਤੀ ਨਹੀਂ। ਉਹ ਕਹਿੰਦੇ ਅਸੀਂ ਇਹਨੂੰ ਕਨਫਰਮ ਕਰ ਰਹੇ ਹਾਂ ਇਸ ਗੱਲ ਨੂੰ, ਇਨਫੋਰਮੇਸ਼ਨ ਨੂੰ, ਕਿ ਕਿਸ ਤਰੀਕੇ ਦੇ ਨਾਲ ਇਹ ਹੋਇਆ ਆ। ਉਹਦੇ ਤੋਂ ਬਾਅਦ ਇਹਨਾਂ ਦੀਆਂ ਕਹਿੰਦੇ ਜਦੋਂ ਆਟੋਪਸੀਸ ਹੋ ਜਾਂਦੀਆਂ ਉਹਦੇ ਤੋਂ ਬਾਅਦ ਸਾਨੂੰ ਹੋਰ ਸਾਰੀ ਜਾਣਕਾਰੀ ਮਿਲ ਸਕਦੀ ਆ। ਜਿਹੜੀ ਕੱਲ੍ਹ ਥਰਸਡੇ ਵਾਲੇ ਦਿਨ ਪੁਲਿਸ ਹੈਜ਼ੀਟੇਟ ਕਰ ਰਹੀ ਸੀ ਇਸ ਗੱਲ ਨੂੰ ਕਨਫਰਮ ਕਰਨ ਦੇ ਵਿੱਚ ਕਿ ਮਰਡਰ ਸੁਸਾਈਡ ਆ। ਸੋ ਹੁਣ ਜਦੋਂ ਇਨਵੈਸਟੀਗੇਸ਼ਨ, ਉਹ ਕਹਿੰਦੇ ਅਸੀਂ ਬਹੁਤ ਸਾਰੇ ਫੈਕਟਰਸ ਇਹਦੇ ਵਿੱਚ ਦੇਖ ਰਹੇ ਹਾਂ। ਜਦੋਂ ਦੀ ਇਹ ਘਟਨਾ ਵਾਪਰੀ ਸੀ ਕਿ ਇੱਕ ਘਰ ਦੇ ਵਿੱਚ 4 ਜੀਅ ਮਰੇ ਪਏ ਆ ਔਰ ਉਹਦਾ ਕਾਰਨ ਪਤਾ ਨਹੀਂ ਸੀ ਲੱਗਦਾ ਕਿ ਕੌਣ ਮਾਰ ਗਿਆ, ਦਿਨ ਦਿਹਾੜੇ ਇਹ ਸਾਰਾ ਕੁਝ ਹੋਇਆ ਸੀ। ਤਾਂ ਹੁਣ ਇਹ ਪੂਰੀ ਦੀ ਪੂਰੀ ਕਮਿਊਨਿਟੀ ਦੇ ਵਿੱਚ ਇੱਕ ਬਹੁਤ ਜਿਹੜਾ ਸੋਗ ਦੀ ਲਹਿਰ ਸੀ ਇਸ ਮਾਮਲੇ ਨੂੰ ਰਹਿ ਕੇ। ਜਿਹੜਾ ਗਾਰਡਨ ਸਿਟੀ ਰੋਡ, ਓਡਲਿਨ ਤੇ ਲੇਜ਼ੀ ਰੋਡ ਦੇ ਨੇੜੇ ਮੰਡੇ ਨਾਈਟ ਨੂੰ ਦੱਸਦੇ ਆ ਕਿ ਉੱਥੇ ਜੇ ਕਿਸੇ ਨੇ ਕੋਈ ਇੱਦਾਂ ਦੀ ਆਵਾਜ਼ ਸੁਣੀ ਹੋਵੇ, ਉੱਥੋਂ ਕਿਸੇ ਨੂੰ ਕੁਝ ਪਤਾ ਹੋਵੇ, ਕਿਸੇ ਕੋਲ ਡੈਸ਼ ਕੈਮ ਫੁਟੇਜ ਹੋਵੇ, ਤਾਂ ਉਹ ਆਈ ਹਿੱਟ ਨੂੰ 1877-551-4448 ਦੇ ਉੱਤੇ ਕਾਲ ਕਰ ਸਕਦੇ ਆ, ਜਾਣਕਾਰੀ ਦੇ ਸਕਦੇ ਆ। ਜੇ ਕਿਸੇ ਨੇ ਵੀ ਉਸ ਸਮੇਂ ਦੇ ਵਿੱਚ ਉੱਧਰ ਕੋਈ ਆਵਾਜ਼ ਜਾਂ ਇੱਦਾਂ ਦੀ ਜਿਹੜੀ ਸਸਪੀਸ਼ੀਅਸ ਐਕਟੀਵਿਟੀ ਦੇਖੀ ਹੋਵੇ, ਜਾਂ ihit@rcmpgrc.gc.ca ਦੇ ਉੱਤੇ ਵੀ ਈਮੇਲ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੇ ਵਿੱਚੋਂ ਇੱਕ ਹੈ ਟੈਸਲਾ ਦੇ CEO ਐਲਨ ਮਸਕ। ਐਲਨ ਮਸਕ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਚਰਚਾ ਵਿੱਚ ਰਹੇ ਆ ਆਪਣੇ ਸਪੇਸ ਪ੍ਰੋਗਰਾਮਾਂ ਨੂੰ ਲੈ ਕੇ। ਇਸ ਕਰਕੇ ਵੀ ਚਰਚਾ ਦੇ ਵਿੱਚ ਰਹਿੰਦੇ ਆ ਕਿ ਉਹਨਾਂ ਦੇ ਉੱਥੋਂ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਬਹੁਤੀ ਬਣਦੀ ਨਹੀਂ। ਉਹਨਾਂ ਨੇ ਇੱਕ ਟਵੀਟ ਦੇ ਵਿੱਚ ਇਸ ਗੱਲ ਨੇ ਫਿਰ ਵਿਵਾਦ ਛੇੜ ਦਿੱਤਾ ਕਿ ਕੁਝ ਇਸ ਤਰ੍ਹਾਂ ਦੇ ਸ਼ਬਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਲਈ ਟੈਸਲਾ ਦੇ CEO ਐਲਨ ਮਸਕ ਨੇ ਵਰਤੇ ਆ। ਉਹਨਾਂ ਦੇ ਲਈ ਜਿਹੜੇ ਕੁਝ ਸ਼ਬਦ ਵਰਤੇ ਆ ਉਹ ਕਾਫੀ ਨਿਰਾਸ਼ਾਜਨਕ ਨੇ, ਜਿਹੜੇ ਕਿ ਸ਼ਾਇਦ ਕਿਸੇ ਕੋਲੋਂ ਇਸ ਤਰ੍ਹਾਂ ਆਸ ਨਹੀਂ ਕੀਤੀ ਜਾਂਦੀ। ਉਹਨਾਂ ਨੂੰ ਕਠਪੁਤਲੀ ਕਿਹਾ ਹਿਊਮਨ ਫਾਰਮ ਦੇ ਵਿੱਚ। ਥਰਸਡੇ ਨੂੰ ਟਵਿੱਟਰ ਦੇ ਉੱਤੇ ਜਦੋਂ ਉਹਨਾਂ ਨੇ ਕਿਹਾ ਤੇ ਉਹਦੇ ਨਾਲ ਜਿਹੜਾ ਸਟਾਕ ਆ ਥੱਲੇ ਚਲੇਗਾ ਟੈਸਲਾ ਦਾ 11%। ਸੋਸ਼ਲ ਮੀਡੀਆ ਦੇ ਉੱਤੇ ਰਸਟ੍ਰੇਨ ਉਹਨਾਂ ਦੇ ਕੋਲ ਕੋਈ ਹੈ ਨਹੀਂ ਗੀ, ਤੇ ਇਹ ਸਾਰੇ ਕੁਝ ਦੇ ਵਿੱਚ ਉਹਨਾਂ ਨੇ ਬਹੁਤ ਵਾਰੀ ਇਹ ਗੱਲਬਾਤ ਪਹਿਲਾਂ ਵੀ ਚੱਲੀ ਹੈ। ਇਹ ਉਹਨਾਂ ਨੇ ਟਵੀਟ ਦੇ ਵਿੱਚ ਐਲਨ ਮਸਕ ਕਹਿ ਰਹੇ ਆ ਕਿ ਜਿਹੜੇ ਰਾਸ਼ਟਰਪਤੀ ਬਾਈਡਨ ਆ ਇਹ ਅਮਰੀਕਨਸ ਨੂੰ ਫੂਲਸ ਵਾਂਗੂ ਟਰੀਟ ਕਰ ਰਹੇ ਆ, ਵੀ ਜਿੱਦਾਂ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਹੈ। ਸੋ ਇਹਦੇ ਮਾਮਲੇ ਦੇ ਵਿੱਚ ਕੋਈ ਸਿੱਧਾ ਰਿਟੈਲੀਏਟ ਨਹੀਂ ਕੀਤਾ ਗਿਆ ਰਾਸ਼ਟਰਪਤੀ ਜੋ ਬਾਈਡਨ ਵੱਲੋਂ। ਵਾਈਟ ਹਾਊਸ ਜਿਹੜਾ ਟਵੀਟ ਪੋਸਟ ਕੀਤਾ ਹੈ ਜਿਹਦੇ ਵਿੱਚ ਜਿਹੜੇ ਇਹ ਪ੍ਰੈਜ਼ੀਡੈਂਟ ਨੇ, ਇਹ ਟੈਸਲਾ ਦੇ ਰਾਈਵਲਸ ਨੇ ਜਿਹੜੇ ਮੁਕਾਬਲੇ 'ਚ ਨੇ, ਜਨਰਲ ਮੋਟਰ ਤੇ ਫੋਰਡ, ਉਹਨਾਂ ਦੇ ਕੰਮ ਦੇ ਲਈ ਜਿਹੜਾ ਕਿ ਇਲੈਕਟ੍ਰਿਕ ਵਹੀਕਲਸ ਬਣਾਉਣਾ ਆ, ਉਹਨਾਂ ਦੇ ਲਈ ਉਹਨਾਂ ਦੀ ਸਿਫਤ ਕੀਤੀ ਹੈ। ਇਹ ਸਾਰੀਆਂ ਕੰਪਨੀਆਂ ਇਲੈਕਟ੍ਰਿਕ ਵਹੀਕਲਸ ਬਣਾਉਂਦੀਆਂ। ਟੈਸਲਾ ਸਿਰਫ ਤੇ ਸਿਰਫ ਅਮਰੀਕਾ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਇਹ ਇਲੈਕਟ੍ਰਿਕ ਵਹੀਕਲ ਬਣਾਉਣ ਦੇ ਲਈ ਮਸ਼ਹੂਰ ਆ ਤੇ ਕੰਮ ਕਰ ਰਹੀ ਆ। ਪਰ ਕਿਉਂਕਿ ਮੰਨਿਆ ਜਾਂਦਾ ਕਿ ਐਲਨ ਮਸਕ ਜਿਹੜੇ ਆ ਉਹ ਰਾਸ਼ਟਰਪਤੀ ਜੋ ਬਾਈਡਨ ਦੀ ਪਾਰਟੀ ਦੇ ਸਪੋਰਟਰ ਨਹੀਂ ਆ, ਇਸ ਕਰਕੇ ਉਹਨਾਂ ਦੇ ਵਿੱਚ ਇੱਕ ਵਾਰੀ ਫਿਰ ਐਲਨ ਮਸਕ ਜਿਹੜੇ ਆ ਰਾਸ਼ਟਰਪਤੀ ਜੋ ਬਾਈਡਨ ਦੇ ਉੱਤੇ ਖਫਾ ਹੋਏ ਆ। ਨਾਰਾਜ਼ਗੀ ਬਹੁਤ ਜ਼ਿਆਦਾ ਆ। ਬਾਈਡਨ ਨੂੰ ਸੋਸ਼ਲ ਮੀਡੀਆ ਦੇ ਉੱਤੇ ਟੈਗ ਕਰਕੇ ਕਾਫੀ ਖਰੀਆਂ ਉਹਨਾਂ ਨੂੰ ਸੁਣਾਈਆਂ। ਇੱਕ ਇੱਦਾਂ ਦੀ ਕਠਪੁਤਲੀ ਦੱਸਿਆ ਉਹਨਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ, ਜਿਹੜੇ ਅਮਰੀਕਾ ਦੇ ਨਾਗਰਿਕਾਂ ਨੂੰ ਬੇਵਕੂਫ ਸਮਝ ਰਹੇ ਆ। ਦਰਅਸਲ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਸੀਗਾ ਕਿ ਇਲੈਕਟ੍ਰਿਕ ਕਾਰਾਂ ਦੀਆਂ ਕੰਪਨੀਆਂ ਦੇ CEO ਦੇ ਨਾਲ ਰਾਸ਼ਟਰਪਤੀ ਬਾਈਡਨ ਨੇ ਇੱਕ ਮੀਟਿੰਗ ਕਰਨੀ ਸੀ। ਇਹਦੇ ਵਿੱਚ ਬਾਕੀ ਸਾਰੀਆਂ ਕੰਪਨੀਆਂ ਦੇ CEO ਨੂੰ ਸੱਦਿਆ, ਪਰ ਐਲਨ ਮਸਕ ਨੂੰ ਕਿਹਾ ਜਾ ਰਿਹਾ ਕਿ ਸ਼ਾਇਦ ਸੱਦਿਆ ਨਹੀਂ ਗਿਆ। ਇਹਦੇ ਬਾਰੇ ਹਜੇ ਕਨਫਰਮੇਸ਼ਨ ਕੋਈ ਨਹੀਂ। ਤੇ ਉਹਦੇ ਤੋਂ ਬਾਅਦ ਤੁਹਾਨੂੰ ਇਹ ਵੀ ਪਤਾ ਕਿ ਟੈਸਲਾ ਅਮਰੀਕਾ ਜਿੰਨੀ ਦੁਨੀਆ ਭਰ ਦੇ ਵਿੱਚ ਇਲੈਕਟ੍ਰਿਕ ਵਹੀਕਲ ਬਣਾਉਣ ਦੇ ਵਿੱਚ ਸਾਰਿਆਂ ਤੋਂ ਅੱਗੇ ਨਜ਼ਰ ਆ ਰਿਹਾ। ਮਾਮਲਾ ਬਹੁਤ ਪੁਰਾਣਾ ਆ। ਐਲਨ ਮਸਕ ਤੇ ਰਾਸ਼ਟਰਪਤੀ ਜੋ ਬਾਈਡਨ ਦੇ ਵਿੱਚ ਟਕਰਾਅ ਪਿਛਲੇ ਸਾਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ। ਇਹ ਤੋਂ ਪਹਿਲਾਂ ਇਹ ਵੀ ਗੱਲ ਮੰਨੀ ਜਾਂਦੀ ਸੀ ਕਿ ਟੈਸਲਾ ਦੇ CEO ਐਲਨ ਮਸਕ ਡੈਮੋਕ੍ਰੇਟਿਕ ਪਾਰਟੀ ਦੇ ਸਮਰਥਕ ਨਹੀਂ ਆ। ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਨੀਤੀਆਂ ਦੇ ਨਾਲ ਵੀ ਉਹਨਾਂ ਦੀ ਨਾਰਾਜ਼ਗੀ ਪਿਛਲੇ ਸਮੇਂ ਦੇ ਵਿੱਚ ਰਹੀ ਆ। ਹੁਣ ਉਹ ਇਸ ਮਾਮਲੇ ਦੇ ਉੱਤੇ ਖੁੱਲ੍ਹ ਕੇ ਕਮੈਂਟ ਕਰਨ ਲੱਗ ਪਏ ਆ। ਪਿਛਲੇ ਸਾਲ ਬਾਈਡਨ ਨੇ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਦੇ ਐਗਜ਼ੀਕਿਊਟਿਵ ਦੇ ਨਾਲ ਮੀਟਿੰਗ ਕੀਤੀ ਸੀ। ਤੈਅ ਇਹ ਹੋਇਆ ਸੀ ਕਿ 2030 ਤੱਕ ਇਲੈਕਟ੍ਰਿਕ ਜਿਹੜੇ ਵਹੀਕਲਸ ਨੇ ਉਹਨਾਂ ਦੀ ਤਰਜੀਹ ਤੇ ਤਵੱਜੋ ਉਹਨਾਂ ਨੂੰ ਦਿੱਤੀ ਜਾਏਗੀ। ਤੇ ਇਸ ਮੀਟਿੰਗ ਦੇ ਵਿੱਚ ਅਮਰੀਕਾ ਦੀਆਂ ਸਾਰੀਆਂ ਵੱਡੀਆਂ ਕੰਪਨੀ ਦੇ CEO, ਦੂਸਰੇ ਵੱਡੇ ਅਫਸਰ ਸ਼ਾਮਲ ਹੋਏ ਸੀ। ਐਲਨ ਮਸਕ ਨੂੰ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਏ ਸੀ। ਸੋ ਪਿਛਲੇ ਹਫ਼ਤੇ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਜਨਰਲ ਮੋਟਰਸ ਜਾਣੀ ਕਿ GM ਤੇ ਫੋਰਡ ਵਰਗੀਆਂ ਕੰਪਨੀਆਂ ਦੇ CEO ਪਹੁੰਚੇ ਸੀ। ਐਲਨ ਮਸਕ ਇਹਦੇ ਤੋਂ ਦੂਰ ਰਹੇ, ਉਹ ਆਪ ਦੂਰ ਰਹੇ, ਜਾਂ ਉਹਨੂੰ ਸੱਦਿਆ ਨਹੀਂ ਗਿਆ। ਸੋ ਇਹ ਸਾਰੀ ਨਾਰਾਜ਼ਗੀ ਹੁਣ ਮੀਡੀਆ ਦੇ ਵਿੱਚ ਸਾਹਮਣੇ ਆ ਗਈ ਆ। ਜਿਹੜਾ ਐਲਨ ਮਸਕ ਦਾ ਰਿਐਕਸ਼ਨ ਆ ਉਹਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਨੇ ਫੋਰਡ
ਤੇ GM ਦੇ CEO ਤੇ ਮੁਲਾਕਾਤ ਤੋਂ ਬਾਅਦ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀਆਂ, ਜਾਣਕਾਰੀ ਦਿੱਤੀ ਹੈ ਤੇ ਇਹ ਵੀ ਲਿਖਿਆ ਕਿ GM ਤੇ ਫੋਰਡ ਅਮਰੀਕਾ ਤੋਂ ਪਹਿਲਾਂ ਤੋਂ ਜ਼ਿਆਦਾ ਜਿਹੜੇ ਇਲੈਕਟ੍ਰਿਕ ਵਹੀਕਲ ਉਹ ਬਣਾ ਰਹੇ ਆ। ਹੁਣ ਇਸ ਮਾਮਲੇ ਦੇ ਉੱਤੇ ਇਹ ਗੱਲਬਾਤ ਕਿੱਧਰ ਨੂੰ ਜਾਂਦੀ ਆ? ਜਦੋਂ ਅਮਰੀਕੀ ਰਾਸ਼ਟਰਪਤੀ ਨੇ ਪਿਛਲੇ ਸਾਲ 20 ਜਨਵਰੀ ਨੂੰ ਸਹੁੰ ਚੁੱਕੀ ਸੀ, ਉਹਦੇ ਤੋਂ ਬਾਅਦ ਨਾਅਰਾ ਦਿੱਤਾ ਸੀ ਕਿ ਅਮਰੀਕਾ ਇਜ਼ ਬੈਕ। ਇਹਦੇ ਤੋਂ ਬਾਅਦ ਜੋ ਕੁਝ ਉੱਥੇ ਜਿਸ ਤਰੀਕੇ ਦੇ ਨਾਲ ਹੋਇਆ, ਇਹਦੇ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਟੈਸਲਾ ਦੇ CEO ਐਲਨ ਮਸਕ ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੀ ਆਪਸ ਵਿੱਚ ਜਿਹੜੀ ਨਾਰਾਜ਼ਗੀ ਆ ਉਹ ਖੁੱਲ੍ਹ ਕੇ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆ ਰਹੀ। ਦੁਨੀਆ ਦੇ ਵਿੱਚ ਅੱਜ ਫਿਰ ਯੂਕਰੇਨ ਦਾ ਮਾਮਲਾ ਜਿਹੜਾ ਚਰਚਾ ਦੇ ਵਿੱਚ ਰਿਹਾ, ਅਖਬਾਰਾਂ ਦੇ ਵਿੱਚ ਇਹ ਸੁਰਖੀਆਂ ਬਣੀਆਂ। ਯੂਕਰੇਨ ਤੇ ਰੂਸ ਵਿਵਾਦ ਦੇ ਵਿੱਚ ਹੁਣ ਲੱਗਦਾ ਕਿ ਜੰਗ ਦਾ ਖਤਰਾ ਖਤਮ ਹੋ ਗਿਆ। ਸ਼ੁੱਕਰਵਾਰ ਦੁਪਹਿਰ ਨੂੰ ਰੂਸ ਦੇ ਵਿਦੇਸ਼ ਮੰਤਰੀ ਸਰਗੋਈ ਲਾਵਰੇਵ ਨੇ ਸਾਫ਼ ਕੀਤਾ ਕਿ ਯੂਕਰੇਨ ਉੱਤੇ ਹਮਲੇ ਦਾ ਉਹ ਕਹਿੰਦੇ ਸਾਡਾ ਕੋਈ ਇਰਾਦਾ ਨਹੀਂ, ਅਸੀਂ ਕਿਸੇ ਵੀ ਤਰ੍ਹਾਂ ਦੀ ਜੰਗ ਸ਼ੁਰੂ ਨਹੀਂ ਕਰਨਾ ਚਾਹੁੰਦੇ। ਉਹਨਾਂ ਦੇ ਇਸ ਬਿਆਨ ਦੇ ਨਾਲ ਜਿਹੜਾ ਪਿਛਲੇ ਸਮੇਂ ਤੋਂ ਇੱਕ ਖਤਰਾ ਲੱਗਿਆ ਹੋਇਆ ਸੀ ਕਿ ਇਹਨਾਂ ਦੇ ਵਿੱਚ ਜੇਕਰ ਜੰਗ ਸ਼ੁਰੂ ਹੋ ਜਾਂਦੀ ਹੈ ਤਾਂ ਤੀਸਰੇ ਮਹਾਯੁੱਧ ਦੇ ਵਿੱਚ ਬਦਲ ਸਕਦੀ ਹੈ, ਤਾਂ ਹੁਣ ਰੂਸ ਦੇ ਇਸ ਅਧਿਕਾਰੀ ਦੇ ਬਿਆਨ ਤੋਂ ਬਾਅਦ ਇਹ ਗੱਲਬਾਤ ਸਾਫ਼ ਹੋ ਗਈ ਹੈ ਕਿ ਹੁਣ ਸ਼ਾਇਦ ਜਿਹੜੀ ਜੰਗ ਦੇ ਆਸਾਰ ਆ ਉਹ ਘੱਟ ਪੈ ਜਾਣ। ਲਾਵਰੋਵ ਨੇ ਬਿਆਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਜਦੋਂ ਇੱਕ ਵਾਰਨਿੰਗ ਦਿੱਤੀ ਸੀ, ਵਾਰਨਿੰਗ ਕਿਹਾ ਜਾ ਸਕਦਾ ਰੂਸ ਨੂੰ, ਕਿ ਜੇਕਰ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਤਾਂ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਆ ਵਲਾਦੀਮੀਰ ਪੁਤਿਨ, ਉਹਨਾਂ ਨੂੰ ਵਿਅਕਤੀਗਤ ਤੌਰ ਤੇ ਇਹਦੀ ਬਹੁਤ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ। ਇਹ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਦਿੱਤਾ ਸੀ। ਵਾਈਟ ਹਾਊਸ ਨੇ ਵਲਾਦੀਮੀਰ ਪੁਤਿਨ ਦੇ ਉੱਤੇ ਵਿਅਕਤੀਗਤ ਤੌਰ ਦੇ ਉੱਤੇ ਜਿਹੜੀਆਂ ਕੁਝ ਰੈਸਟ੍ਰਿਕਸ਼ਨਸ ਲਾਉਣ ਦੀ ਗੱਲਬਾਤ ਵੀ ਕੀਤੀ ਸੀ। ਹੁਣ ਇਹ ਬਿਆਨ ਇਸ ਕਰਕੇ ਵੀ ਐਂ ਮੰਨਿਆ ਜਾ ਰਿਹਾ ਕਿ ਅਮਰੀਕਾ ਤੇ ਉਹਦੇ ਜਿਹੜੇ ਸਹਿਯੋਗੀ ਨਾਟੋ ਆ ਉਹ ਜੰਗ ਦੇ ਲਈ ਪੂਰੀ ਤਰ੍ਹਾਂ ਤਿਆਰੀ ਕਰ ਚੁੱਕੇ ਆ। ਬਾਈਡਨ ਨੇ ਗੱਲ ਸਾਫ਼ ਕਰ ਦਿੱਤੀ ਸੀ ਕਿ ਜੇਕਰ ਰੂਸ ਕਿਸੇ ਵੀ ਵਕਤ ਯੂਕਰੇਨ ਦੇ ਉੱਤੇ ਹਮਲਾ ਕਰਦਾ ਹੈ ਤਾਂ ਨਾਟੋ ਹਮਲੇ ਨੂੰ ਆਪਣੇ ਉੱਤੇ ਹਮਲਾ ਮੰਨੂਗਾ ਤੇ ਇਹਦਾ ਜਵਾਬ ਦਊਗਾ। ਇਹਦੇ ਤੋਂ ਬਾਅਦ ਬ੍ਰਿਟੇਨ ਦੇ ਜਿਹੜੇ ਐਂਟੀ ਟੈਂਕ ਵੈਪਨਸ ਆ ਤੇ ਕੈਨੇਡਾ ਦੀ ਕੈਨੇਡਾ ਨੇ ਵੀ ਆਪਣੀ ਇੱਕ ਪੂਰੀ ਰੈਜੀਮੈਂਟ ਯੂਕਰੇਨ ਨੂੰ ਭੇਜ ਦਿੱਤੀ ਸੀ। ਰੂਸ ਵੀ ਸਮਝ ਚੁੱਕਿਆ ਕਿ ਜੇ ਉਹ ਯੂਕਰੇਨ ਦੇ ਉੱਤੇ ਉਹਨੇ ਜੰਗ ਥੋਪੀ ਤਾਂ ਇਹਦਾ ਜਵਾਬ ਉਹਨੂੰ ਇਹਨਾਂ ਸਾਰੇ ਦੇਸ਼ਾਂ ਤੋਂ ਮਿਲੂਗਾ। ਔਰ ਇੱਥੇ ਇਹ ਵੀ ਗੱਲ ਵਰਣਨਯੋਗ ਆ ਕਿ ਫਰਾਂਸ ਤੇ ਜਰਮਨੀ ਦੀ ਇਹਦੇ ਵਿੱਚ ਬਹੁਤ ਮਿਹਨਤ ਆ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਰੂਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਸਿੱਧੀ ਫੋਨ ਦੇ ਉੱਤੇ ਲੰਬੀ ਗੱਲਬਾਤ ਕੀਤੀ ਸੀ, ਜਿਹਦੇ ਵਿੱਚ ਇਹ ਸਾਰੀ ਲੜਾਈ ਨੂੰ ਟਾਲਣ ਦਾ ਯਤਨ ਕੀਤਾ ਗਿਆ ਸੀ ਤੇ ਹੁਣ ਲੱਗ ਰਿਹਾ ਹੈ ਕਿ ਉਹ ਯਤਨ ਉਹਨਾਂ ਦਾ ਸਫਲ ਹੋਇਆ ਆ। ਮੇਨ ਇਹਦੇ ਵਿੱਚ ਮੁੱਖ ਰੂਪ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੀ ਵਾਰਨਿੰਗ ਉਹਨਾਂ ਨੂੰ ਦਿੱਤੀ ਸੀ, ਜਿਹਦੇ ਵਿੱਚ ਰੂਸ ਯੂਕਰੇਨ ਦੇ ਵਿੱਚ ਜਿਹੜਾ ਇਹ ਟੈਂਸ਼ਨ ਸੀਗੀ, ਅਮਰੀਕੀ ਰਾਸ਼ਟਰਪਤੀ ਨੇ ਰੂਸ ਦੇ 27 ਡਿਪਲੋਮੈਟਸ ਨੂੰ ਦੇਸ਼ ਛੱਡਣ ਦੇ ਆਦੇਸ਼ ਦੇ ਦਿੱਤੇ ਸੀ। ਵਾਸ਼ਿੰਗਟਨ ਦੇ ਵਿੱਚ ਇਹ ਆਦੇਸ਼ ਜਾਰੀ ਕਰਨ ਤੋਂ ਇਲਾਵਾ ਬਾਈਡਨ ਪ੍ਰਸ਼ਾਸਨ ਨੇ ਯੂਕਰੇਨ ਦੇ ਨਾਟੋ ਦੇ ਵਿੱਚ ਸ਼ਾਮਲ ਨਾ ਕਰਨੇ ਦੀ ਰੂਸੀ ਮੰਗ ਵੀ ਖਾਰਜ ਕਰ ਦਿੱਤੀ ਸੀ। ਕਾਫੀ ਸਖਤ ਰੁਖ ਇਸ ਮਾਮਲੇ ਦੇ ਵਿੱਚ ਜੋ ਬਾਈਡਨ ਨੇ ਜਿਹੜਾ ਅਪਣਾਇਆ ਸੀ, ਔਰ ਜਿਹਦਾ ਹੁਣ ਨਤੀਜਾ ਇਹ ਲੱਗ ਰਿਹਾ ਕਿ ਹੁਣ ਇਹ ਜੰਗ ਲੱਗਦਾ ਆ ਕਿ ਟਲ ਜਾਏ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।